ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੁਆਰਾ ਸਾਨੂੰ ਸਤਿਗੁਰਾਂ ਭੇਤ ਦਿੱਤਾ ਕਿ ਅਸੀਂ ਕਿਵੇਂ ਉਸ ਮਾਲਕ ਤੋਂ ਵਿਛੜ ਗਏ। ਕਈ ਯੁੱਗ ਹੋ ਗਏ, ਅਸੀਂ ਉਸ ਆਪਣੇ ਘਰ ਦੀ ਪਹਿਚਾਣ ਨਹੀਂ ਕੀਤੀ ਜਿਸ ਘਰ ਦੇ ਅਸੀਂ ਵਾਸੀ ਹਾਂ। ਹੁਣ ਮਹਾਰਾਜ ਕਹਿੰਦੇ ਉਹ ਮਾਲਕ ਨਿਰੰਕਾਰ ਤੁਹਾਨੂੰ ਜਿਹੜਾ ਸਵਾਸ ਦੇਣ ਵਾਲਾ ਹੈ, ਉਹ ਤਾਂ ਹਰ ਇੱਕ ਸਰੀਰ ਦੇ ਅੰਦਰ ਸਮਾਇਆ ਹੋਇਆ ਹੈ ਔਰ ਬਾਹਰ ਵੀ ਹੈ। ਬਾਹਰ ਸਾਡਾ ਸਰੀਰ ਔਰ ਜਿੰਨੇ ਵੀ ਆਕਾਰ ਨੇ ਸਾਰੇ ਉਹਦੇ ਵਿੱਚ ਹੀ ਤੁਰੇ ਫਿਰ ਰਹੇ ਨੇ, ਉਸ ਅਜ਼ੀਮ ਨਿਰੰਕਾਰ ਮਾਲਕ ਪ੍ਰਕਾਸ਼ ਰੂਪ ਪਰਮਾਤਮਾ ਦੇ ਵਿੱਚ। ਉਹ ਅੰਤਰ ਵੀ ਹੈ ਤੇ ਉਹ ਬਾਹਰ ਵੀ ਹੈ। ਜੋ ਆਪਾਂ ਗੁਰਬਾਣੀ ਦੁਆਰਾ ਪੜ੍ਹਦੇ ਹਾਂ, ਅੰਤਰ ਬਾਹਰ ਏਕੋ ਜਾਣੋ ਇਹ ਗੁਰ ਗਿਆਨ ਬਤਾਈ, ਕਿ ਸਤਿਗੁਰਾਂ ਨੇ ਸਾਨੂੰ, ਉਹ ਗੁਰੂ ਨੇ ਗਿਆਨ ਦਿੱਤਾ ਕਿ ਜਿਸ ਤਰ੍ਹਾਂ ਦਾ ਮਾਲਕ ਪ੍ਰਕਾਸ਼ ਰੂਪ ਪਰਮਾਤਮਾ ਜੋਤ ਸਰੂਪ ਤੁਹਾਡੇ ਅੰਦਰ ਹੈ, ਉਸੇ ਤਰ੍ਹਾਂ ਦਾ ਉਹ ਬਾਹਰ ਵੀ ਹੈ। ਹੁਣ ਮਹਾਰਾਜ ਕਹਿੰਦੇ ਆ ਕਿ ਸਾਡਾ ਮਨ ਜਿਹੜਾ ਅੰਦਰੋਂ ਮਾਇਆ ਦੇ ਵਿੱਚ ਰਮਿਆ ਰਹਿੰਦਾ ਹੈ, ਲੇਕਿਨ ਉਸ ਪਰਮਾਤਮਾ, ਉਸ ਨਿਰੰਕਾਰ ਦਾ ਭੇਤ ਨਹੀਂ ਲੈ ਰਿਹਾ। ਕਿਉਂਕਿ ਜੋ ਆਪਾਂ ਪੜ੍ਹਦੇ ਹਾਂ, ਮਾਇਆ ਬ੍ਰਹਮ ਰਮੈ ਇੱਕ ਸੰਗ, ਕਿ ਮਾਇਆ ਤੇ ਉਹ ਬ੍ਰਹਮ ਨਿਰੰਕਾਰ ਜਿਹੜਾ ਹੈ ਉਹ ਆਪਸ ਵਿੱਚ ਮਿਲੇ ਹੋਏ ਹਨ। ਜਿਵੇਂ ਸਤਿਗੁਰਾਂ ਗੁਰਬਾਣੀ ਵਿੱਚ ਆਪਾਂ ਨੂੰ ਗਿਆਨ ਬਖਸ਼ਿਸ਼ ਕੀਤਾ ਕਿ ਜਿਵੇਂ ਜਿੰਨੀ ਸਾਰੇ ਸੰਸਾਰ ਦੀ ਲੱਕੜ ਹੈ ਉਹਦੇ ਵਿੱਚ ਅੱਗ ਹੈ। ਹੁਣ ਲੱਕੜ ਦੇ ਵਿੱਚ ਅੱਗ ਸਮਾਈ ਹੋਈ ਹੈ ਲੇਕਿਨ ਉਹ ਦਿਖਦੀ ਨਹੀਂ। ਮਹਾਰਾਜ ਕਹਿੰਦੇ ਸਾਰੇ ਦੁੱਧ ਦੇ ਵਿੱਚ ਘਿਓ ਆ, ਲੇਕਿਨ ਦੁੱਧ ਦਿਖਦਾ, ਉਹਦੇ ਵਿੱਚੋਂ ਘਿਓ ਨਹੀਂ ਆਪਾਂ ਨੂੰ ਦਿਖਦਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਸਗਲ ਬਨਸਪਤ ਮਹਿ ਬਸੰਤਰ ਸਗਲ ਦੂਧ ਮਹਿਕੀਆ। ਮਹਾਰਾਜ ਕਹਿੰਦੇ ਆ ਇਸੇ ਤਰੀਕੇ ਨਾਲ ਉਹ ਪਰਮਾਤਮਾ ਨਿਰੰਕਾਰ ਵਾਹਿਗੁਰੂ, ਉਹ ਸਾਰਿਆਂ ਦੇ ਵਿੱਚ ਉਹਦੀ ਜੋਤ ਸਮਾਈ ਹੋਈ ਆ। ਤਾਂ ਹੀ ਮਹਾਰਾਜ ਕਹਿੰਦੇ ਊਚ ਨੀਚ ਮਹਿ ਜੋਤ ਸਮਾਣੀ ਘਟ ਘਟ ਮਾਧੋ ਜੀਆ। ਭਾਵ ਕਿ ਜਿਸ ਨੂੰ ਸੰਸਾਰ ਦੇ ਵਿੱਚ ਆਪਾਂ ਕਿਸੇ ਨੂੰ ਉੱਚਾ ਕਹਿ ਦਿੰਦੇ ਹਾਂ ਤੇ ਕਿਸੇ ਨੂੰ ਨੀਵਾਂ ਕਹਿ ਦਿੰਦੇ ਹਾਂ। ਆਪਾਂ ਭਗਤ ਨਾਮਦੇਵ ਜੀਆਂ ਦੀ ਬਾਣੀ ਪੜ੍ਹਦੇ ਹਾਂ ਕਿ ਉਹਨਾਂ ਨੇ ਜਦੋਂ ਮੰਦਰ ਵਿੱਚ ਜਾ ਕੇ ਉਸ ਮਾਲਕ ਨਿਰੰਕਾਰ ਦੀ ਬੰਦਗੀ ਕੀਤੀ ਤੇ ਉਹਨਾਂ ਨੂੰ ਜਿਹੜੇ ਉਹ ਮੰਦਰ ਦੇ ਕਹਿਣ ਕਹਾਉਣ ਵਾਲੇ ਵੱਡੇ ਵਿਦਵਾਨ ਸਨ, ਜਿਨ੍ਹਾਂ ਨੂੰ ਆਪਾਂ ਪੰਡਿਤ ਵੀ ਕਹਿ ਦਿੰਦੇ ਹਾਂ, ਉਹਨਾਂ ਨੇ ਭਗਤ ਨਾਮਦੇਵ ਜੀਆਂ ਨੂੰ ਮੰਦਰ ਦੇ ਵਿੱਚੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਕਿ ਤੂੰ ਨੀਵੀਂ ਜਾਤੀ ਵਾਲਾ ਹੈ, ਤੂੰ ਮੰਦਰ ਦੇ ਵਿੱਚ ਬੈਠ ਕੇ ਭਗਤੀ ਬੰਦਗੀ ਨਹੀਂ ਕਰ ਸਕਦਾ। ਹੁਣ ਭਗਤ ਨਾਮਦੇਵ ਜੀ ਦਾ ਮਾਲਕ ਦੇ ਨਾਲ ਪਿਆਰ ਸੀ, ਉਸ ਨਿਰੰਕਾਰ ਦੇ ਨਾਲ। ਤੇ ਜਦੋਂ ਉਹਨਾਂ ਨੇ ਫਿਰ ਮਾਲਕ ਅੱਗੇ ਤਰਲਾ ਮਾਰਿਆ ਕਿ ਜੇ ਮੈਂ ਤੇਰੇ ਘਰ ਦੇ ਵਿੱਚ ਬੈਠ ਕੇ ਤੈਨੂੰ ਜਪ ਨਹੀਂ ਸਕਦਾ, ਤੈਨੂੰ ਧਿਆ ਨਹੀਂ ਸਕਦਾ, ਫਿਰ ਮੈਂ ਕਿੱਥੇ ਜਾਵਾਂ। ਕਿਉਂਕਿ ਜਿਸ ਨੂੰ ਆਪਾਂ ਗੁਰਦੁਆਰਾ ਕਹਿੰਦੇ ਹਾਂ, ਮੰਦਰ ਕਹਿੰਦੇ ਹਾਂ, ਮਸਜਿਦ ਕਹਿੰਦੇ ਹਾਂ, ਮਸੀਤ ਕਹਿੰਦੇ ਹਾਂ, ਇਹ ਉਸ ਅੱਲਾ ਵਾਹਿਗੁਰੂ, ਉਸ ਪਰਮਾਤਮਾ ਦੇ ਘਰ ਨੇ। ਆਪਾਂ ਉੱਥੇ ਤਾਂ ਹੀ ਤਾਂ ਜਪਣ ਵਾਸਤੇ ਜਾਂਦੇ ਹਾਂ। ਹੁਣ ਭਗਤ ਨਾਮਦੇਵ ਜੀ ਪਰਮਾਤਮਾ ਦੇ ਅੱਗੇ ਪਿਆਰ ਦੇ ਵਿੱਚ ਭਿੱਜ ਕੇ ਉਹਨਾਂ ਨੂੰ ਕੀ ਸ਼ਿਕਾਇਤ ਕਰਦੇ ਹਨ ਕਿ ਮੈਂ ਤੇ ਤੇਰੇ ਮੰਦਰ ਵਿੱਚ ਆਇਆ ਸੀ ਹੱਸਦਾ ਖੇਡਦਾ, ਬੜਾ ਖੁਸ਼ ਹੋ ਕੇ ਆਪਣੇ ਘਰੋਂ ਆਇਆ ਸੀ ਕਿ ਚਲੋ ਉੱਥੇ ਜਾ ਕੇ ਤੇਰੀ ਬੰਦਗੀ ਔਰ ਤੇਰੀ ਯਾਦ ਵਿੱਚ ਜੁੜਾਂਗਾ। ਪਰ ਮੈਨੂੰ ਇਹਨਾਂ ਹੰਕਾਰੀ ਪੰਡਤਾਂ ਨੇ, ਇਹਨਾਂ ਵਿਦਵਾਨਾਂ ਨੇ, ਇਹਨਾਂ ਗਿਆਨੀਆਂ ਨੇ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਕਿ ਤੂੰ ਨੀਵੀਂ ਜਾਤ ਵਾਲਾ ਹੈ। ਤੇਰੇ ਮੰਦਰ ਵਿੱਚ ਬੈਠਣ ਦੇ ਨਾਲ ਸਾਡਾ ਮੰਦਰ ਜਿਹੜਾ ਭ੍ਰਿਸ਼ਟਿਆ ਜਾਏਗਾ। ਤੇ ਕੀ ਸਮਝਾਉਂਦੇ ਸਤਿਗੁਰੂ ਗੁਰਬਾਣੀ ਵਿੱਚ? ਕਹਿੰਦੇ ਹਸਤ ਖੇਲਤ ਤੇਰੇ ਦੇਹੁਰੇ ਆਇਆ, ਦੇਹੁਰੇ ਦਾ ਭਾਵ ਮੰਦਰ, ਭਗਤ ਕਰਤ ਨਾਮਾ ਪਕੜ ਉਠਾਇਆ, ਕਿ ਭਗਤੀ ਕਰਦੇ ਨੂੰ, ਬੰਦਗੀ ਕਰਦੇ ਨੂੰ ਬਾਂਹ ਤੋਂ ਫੜ ਕੇ ਤੇ ਬਾਹਰ ਕੱਢ ਦਿੱਤਾ ਮੰਦਰ ਦੇ ਵਿੱਚੋਂ। ਹਸਤ ਖੇਲਤ ਤੇਰੇ ਦੇਹੁਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ। ਤੇ ਫਿਰ ਉਹਨਾਂ ਕੀ ਕਿਹਾ
ਕਹਿੰਦੇ ਆ ਕਿ ਜਿਉਂ-ਜਿਉਂ ਨਾਮਾ ਹਰ ਗੁਣ ਉਚਰੈ ਭਗਤ ਜਨਾਂ ਕੋ ਦੇਹੁਰਾ ਫਿਰੈ। ਅੰਤ ਵਿੱਚ ਉਹਨਾਂ ਇਹ ਸਮਝਾਇਆ ਕਿ ਜਿਵੇਂ-ਜਿਵੇਂ ਭਗਤ ਨਾਮਦੇਵ ਜੀ ਸਿਮਰਨ ਕਰਦੇ ਗਏ, ਕਿਉਂਕਿ ਜਦੋਂ ਪੰਡਤਾਂ ਨੇ ਉਹਨਾਂ ਨੂੰ ਬਾਂਹ ਤੋਂ ਫੜ ਕੇ ਮੰਦਰ ਵਿੱਚੋਂ ਬਾਹਰ ਕੱਢਿਆ ਤੇ ਫਿਰ ਉਹ ਕੀ ਸਮਝਾ ਰਹੇ ਗੁਰਬਾਣੀ ਵਿੱਚ, ਲੈ ਕੰਬਲੀ ਚੱਲਿਓ ਪਲਟਾਏ ਦੇਹੁਰੇ ਪਾਛੇ ਬੈਠਾ ਜਾਏ। ਕਿ ਭਗਤ ਨਾਮਦੇਵ ਜੀਆਂ ਨੇ ਜਿਹੜੀ ਕੰਬਲ ਦੀ ਜਿਹੜੀ ਖੇਸੀ ਦੀ ਬੁੱਕਲ ਮਾਰੀ ਸੀ ਉਹਨੂੰ ਫੜਿਆ ਤੇ ਮੰਦਰ ਦੇ ਪਿੱਛੇ ਜਾ ਕੇ ਬਹਿ ਕੇ ਉੱਥੇ ਬੰਦਗੀ ਕਰਨ ਲੱਗੇ। ਲੈ ਕੰਬਲੀ ਚੱਲਿਓ ਪਲਟਾਏ ਦੇਹੁਰੇ ਪਾਛੇ ਬੈਠਾ ਜਾਏ, ਜਿਉਂ-ਜਿਉਂ ਨਾਮਾ ਹਰ ਗੁਣ ਉਚਰੈ ਭਗਤ ਜਨਾਂ ਕੋ ਦੇਹੁਰਾ ਫਿਰੈ। ਕਿ ਉਸ ਪਰਮਾਤਮਾ ਦਾ ਪਿਆਰ ਇੰਨਾ ਆਪਣੇ ਭਗਤ ਨਾਲ ਪੈ ਗਿਆ ਕਿ ਭਗਤ ਨਾਮਦੇਵ ਜੀਆਂ ਨੇ ਜਿੱਧਰ ਨੂੰ ਮੂੰਹ ਕਰਕੇ ਉਸ ਮਾਲਕ ਦਾ ਸਿਮਰਨ ਕੀਤਾ, ਮੰਦਰ ਦਾ ਮੂੰਹ ਘੁੰਮ ਕੇ ਭਗਤ ਨਾਮਦੇਵ ਜੀ ਵੱਲ ਆਪਣੇ ਆਪ ਹੋ ਗਿਆ। ਕਿਉਂਕਿ ਜਿਹੜਾ ਪਰਮਾਤਮਾ ਹੈ ਨਾ, ਸਤਿਗੁਰਾਂ ਗੁਰਬਾਣੀ 'ਚ ਲਿਖਿਆ ਕਿ ਮੇਰੀ ਬਾਂਦੀ ਭਗਤ ਛੁਡਾਵੈ। ਬਾਂਦੇ ਭਗਤ ਕਹਿੰਦੇ ਆ ਕਿ ਜੇ ਮੇਰਾ ਬੰਨਿਆ ਹੋਇਆ ਮੇਰਾ ਭਗਤ ਛੁਡਾ ਸਕਦਾ ਹੈ ਜਿਸ ਨੂੰ ਮੈਂ ਬੰਨਿਆ ਹੈ। ਜਿਵੇਂ ਆਪਾਂ ਸਾਰੇ ਬੰਧਨਾਂ ਵਿੱਚ ਬੱਧੇ ਹਾਂ ਤੇ ਜਿਹੜਾ ਕੋਈ ਸੱਚਾ ਗੁਰਮੁਖ ਸੱਚਾ ਭਗਤ ਹੈ ਉਹ ਸਾਨੂੰ ਇਸ ਬੰਧਨਾਂ ਤੋਂ ਸਤਿਗੁਰਾਂ ਦੀ ਗੁਰਬਾਣੀ ਦੁਆਰਾ ਗਿਆਨ ਦੇ ਕੇ ਆਜ਼ਾਦ ਕਰਵਾ ਸਕਦਾ ਹੈ। ਲੇਕਿਨ ਸਤਿਗੁਰ ਕਹਿੰਦੇ ਜੇ ਕਿਤੇ ਭਗਤ ਨੇ ਤੈਨੂੰ ਬੰਨ੍ਹ ਦਿੱਤਾ ਆਪਣੇ ਬਚਨਾਂ ਦੁਆਰਾ, ਕਿਉਂਕਿ ਇਸੇ ਕਰਕੇ ਦਾ ਸਤਿਗੁਰ ਕਹਿੰਦੇ ਆ ਕਿਸੇ ਵੀ ਸੰਤਾਂ ਦੀ ਸਾਧੂਆਂ ਦੀ ਗੁਰਮੁਖਾਂ ਦੀ ਨਿੰਦਾ ਨਾ ਕਰੋ। ਆਪਾਂ ਸੁਖਮਨੀ ਸਾਹਿਬ ਦੀ ਬਾਣੀ 'ਚ ਪੜ੍ਹਦੇ ਹਾਂ ਕਿ ਸੰਤ ਕੀ ਨਿੰਦਾ, ਸੰਤਾਂ ਦੀ ਨਿੰਦਿਆ ਕਰਨ ਦੇ ਨਾਲ ਕੀ ਕੀ ਆਪਾਂ ਨੂੰ ਹੋ ਸਕਦਾ ਹੈ। ਹੁਣ ਸੰਤ ਕਿਹਨੂੰ ਕਹਿੰਦੇ ਆ? ਸੰਤ ਮਨ ਨੂੰ ਕਹਿੰਦੇ ਨੇ, ਸਾਧੂ ਮਨ ਨੂੰ ਕਹਿੰਦੇ ਨੇ, ਗੁਰਮੁਖ ਮਨ ਨੂੰ ਕਹਿੰਦੇ ਨੇ, ਬ੍ਰਹਮ ਗਿਆਨੀ ਮਨ ਨੂੰ ਕਿਹਾ ਜਾਂਦਾ ਹੈ। ਤਾਂ ਹੀ ਮਹਾਰਾਜ ਕਹਿੰਦੇ ਆ ਵੀ ਕਿਸੇ ਜੀਵ ਦੀ ਨਿੰਦਿਆ ਨਾ ਕਰੋ, ਕਿਸੇ ਨੂੰ ਮਾੜਾ ਨਾ ਕਹੋ, ਕਿਉਂਕਿ ਉਹਦਾ ਮਨ ਅੰਦਰੋਂ ਪਤਾ ਨਹੀਂ ਕਿਸ ਸੰਤ ਸਾਧੂ ਗੁਰਮੁਖ ਦੀ ਅਵਸਥਾ ਤੱਕ ਹੈ। ਉੱਥੇ ਫਿਰ ਪਾਤਸ਼ਾਹ ਗੁਰਬਾਣੀ ਵਿੱਚ ਸਮਝਾਇਆ ਕਿ ਜੇ ਕਿਤੇ ਭਗਤ ਨੇ ਆਪਣੇ ਬਚਨ ਵਿੱਚ ਤੈਨੂੰ ਬੰਨ੍ਹਦਾ ਤੇ ਮੈਂ ਭਗਤਾਂ ਨਾਲ ਇੰਨਾ ਪਿਆਰ ਕਰਦਾ ਹਾਂ ਕਿ ਉਹਦੇ ਬੰਨੇ ਹੋਏ ਭਗਤ ਦੇ ਵਿੱਚ ਮੈਂ ਨਹੀਂ ਤੈਨੂੰ ਛਡਾ ਸਕਦਾ। ਬਚਨ ਦੇ ਵਿੱਚ ਜਿਹੜਾ ਉਹਨੇ ਤੈਨੂੰ ਬੰਨ੍ਹ ਦਿੱਤਾ ਮੈਂ ਨਹੀਂ ਛਡਾ ਸਕਦਾ। ਇਸ ਤਰ੍ਹਾਂ ਭਗਤ ਦੀ ਪਦਵੀ ਸਤਿਗੁਰਾਂ ਗੁਰਬਾਣੀ ਵਿੱਚ ਉਸ ਨਿਰੰਕਾਰ ਦੇ ਬਰਾਬਰ ਕੀ ਉਸ ਤੋਂ ਵੀ ਬਹੁਤ ਵੱਡੀ ਦੱਸੀ ਕਿ ਜਿਹੜਾ ਭਗਤ ਹੈ ਪਰਮਾਤਮਾ ਦਾ ਪਿਆਰਾ, ਉਹਨੂੰ ਜਪ ਕੇ ਉਹਨੂੰ ਪਾ ਲੈਂਦਾ, ਸਿਮਰਨ ਕਰਕੇ ਅੰਦਰੋਂ ਪ੍ਰਗਟ ਕਰ ਲੈਂਦਾ, ਦਰਸ਼ਨ ਕਰਦਾ ਉਸ ਨਿਰੰਕਾਰ ਦੇ। ਪਾਤਸ਼ਾਹ ਕਹਿੰਦੇ ਆ ਕਿ ਉਹ ਪਰਮਾਤਮਾ ਤੇ ਉਹਦੇ ਵਿੱਚ ਕੋਈ ਫਰਕ ਨਹੀਂ ਰਹਿੰਦਾ। ਫਿਰ ਪਰਮਾਤਮਾ ਨੂੰ ਆਪਣੇ ਭਗਤ ਦੀ ਹਰ ਇੱਕ ਗੱਲ ਮੰਨਣੀ ਪੈਂਦੀ ਹੈ। ਇੱਥੇ ਸਤਿਗੁਰੂ ਆਪਾਂ ਨੂੰ ਤਾਂ ਹੀ ਤਾਂ ਸਮਝਾ ਰਹੇ ਆ, ਕਹਿੰਦੇ ਆ ਊਚ ਨੀਚ ਮਹਿ ਜੋਤ ਸਮਾਣੀ ਘਟ ਘਟ ਮਾਧੋ ਜੀਆ। ਕਹਿੰਦੇ ਜਿਸ ਨੂੰ ਅਸੀਂ ਸੰਸਾਰ ਵਿੱਚ ਕਿਸੇ ਨੂੰ ਉੱਚਾ ਤੇ ਕਿਸੇ ਨੂੰ ਨੀਚਾ ਨੀਵਾਂ ਕਹਿੰਦੇ ਆ, ਮਹਾਰਾਜ ਕਹਿੰਦੇ ਸਾਰਿਆਂ ਦੇ ਵਿੱਚ ਤੇ ਉਸ ਪਰਮਾਤਮਾ ਦੀ ਜੋਤ ਸਮਾਈ ਹੋਈ ਹੈ। ਤਾਂ ਹੀ ਸਤਿਗੁਰ ਕਹਿੰਦੇ ਸੰਤੋ ਘਟ ਘਟ ਰਹਿਆ ਸਮਾਹਿਓ। ਕਹਿੰਦੇ ਐ ਸੰਤ ਜਨੋ, ਹੁਣ ਇੱਥੇ ਗੁਰਬਾਣੀ ਵਿੱਚ ਹਰ ਇੱਕ ਜੀਵ ਨੂੰ ਸੰਤ ਆਖ ਦਿੱਤਾ, ਕਿਉਂਕਿ ਪਰਮਾਤਮਾ ਸਤਿਗੁਰੂ ਗੁਰਬਾਣੀ ਵਿੱਚ ਸਮਝਾਉਂਦੇ ਆ ਕਿ ਉਹ ਕਿਸੇ ਨਾਲ ਛੇਤੀ ਕੀਤਿਆਂ ਕੋਈ ਵਿਤਕਰਾ ਨਹੀਂ ਕਰਦਾ। ਉਸ ਨੂੰ ਆਪਣੇ ਸਾਰੇ ਬੱਚੇ ਪਿਆਰੇ ਨੇ, ਇੱਕੋ ਜਿਹੇ ਜਿੰਨੇ ਵੀ ਉਹਨੇ ਸੰਸਾਰ ਵਿੱਚ ਮਾਨ ਸਜਾਮਾਂ ਦੇ ਕੇ ਭੇਜੇ ਹੋਏ ਨੇ। ਮਹਾਰਾਜ ਤਾਈਓ ਸਮਝਾਉਂਦੇ, ਕਹਿੰਦੇ ਸੰਤੋ ਘਟ ਘਟ ਰਹਿਆ ਸਮਾਹਿਓ। ਕਹਿੰਦੇ ਐ ਗੁਰਮੁਖ ਜਨੋ, ਐ ਮੇਰੇ ਸੰਤੋ, ਉਹ ਪਰਮਾਤਮਾ ਨਿਰਾਕਾਰ ਹਰ ਇੱਕ ਸਰੀਰ ਦੇ ਅੰਦਰ ਸਮਾਇਆ ਹੋਇਆ ਏ। ਪੂਰਨ ਪੂਰ ਰਹਿਓ ਸਰਬ ਮਹਿ ਜਲ ਥਲ ਰਮਈਆ ਆਹਿਓ। ਮਹਾਰਾਜ ਕਹਿੰਦੇ ਉਹ ਤਾਂ ਜਲ ਥਲ ਭਾਵ ਕਿ ਜਿਹੜਾ ਪਾਣੀ ਹੈ ਹਰ ਇੱਕ ਜਗ੍ਹਾ ਦੇ ਵਿੱਚ ਉਹ ਪਰਮਾਤਮਾ ਸਮਾਇਆ ਹੋਇਆ ਹੈ। ਹੁਣ ਸਤਿਗੁਰ ਕਹਿੰਦੇ ਆ ਕਿ ਜਦੋਂ ਆਪਾਂ ਉਸ ਮਾਲਕ ਦਾ ਜਸ ਗਾਉਂਦੇ ਆ, ਜਸ ਗਾਉਣ ਦਾ ਮਤਲਬ ਵੀ ਨਾਮ ਜਪਣਾ ਤੇ ਸਿਮਰਨ ਕਰਨਾ ਹੁੰਦਾ ਹੈ। ਮਹਾਰਾਜ ਕਹਿੰਦੇ ਜਦੋਂ ਆਪਾਂ ਜਿਸ ਗੁਰਮੁਖ ਦਾ, ਜੋ ਗੁਰਮੁਖ ਉਸ ਪਰਮਾਤਮਾ ਦਾ ਜਸ ਗਾਉਂਦਾ ਹੈ, ਉਹਦਾ ਇਹ ਭਰਮ ਦੂਰ ਹੋ ਜਾਂਦਾ ਹੈ। ਕਿਹੜਾ ਭਰਮ? ਕਿ ਉਹ ਫਿਰ ਕਿਸੇ ਵੀ ਜੀਵ ਦੇ ਨਾਲ ਆਪਣੀ ਈਰਖਾ ਨਿੰਦਿਆ ਚੁਗਲੀ ਨਹੀਂ ਕਰਦਾ, ਕਿਉਂਕਿ ਉਹਨੂੰ ਪਰਮਾਤਮਾ ਦੀ ਹੋਂਦ ਦਾ ਪਤਾ ਲੱਗ ਜਾਂਦਾ ਹੈ ਕਿ ਜਿਸ ਸਰੀਰ ਦੇ ਨਾਲ ਮੈਂ ਈਰਖਾ ਦੁਬਦਾ ਕਰ ਰਿਹਾ ਹਾਂ, ਜਿਸ ਸਰੀਰ ਦੀ ਮੈਂ ਨਿੰਦਿਆ ਚੁਗਲੀ ਕਰ ਰਿਹਾ ਹਾਂ,
ਉਹ ਪਰਮਾਤਮਾ ਨਿਰੰਕਾਰ ਹਰ ਇੱਕ ਕਾਇਆ, ਹਰ ਇੱਕ ਸਰੀਰ ਦੇ ਵਿੱਚ ਸਮਾਇਆ ਹੋਇਆ ਹੈ। ਤਾਂ ਹੀ ਮਹਾਰਾਜ ਕਹਿੰਦੇ ਆ, ਗੁਣ ਨਿਧਾਨ ਨਾਨਕ ਜਸ ਗਾਵੈ, ਸਤਿਗੁਰ ਭਰਮ ਚੁਕਾਇਓ। ਕਹਿੰਦੇ ਸਤਿਗੁਰ ਨੇ ਮੇਰਾ ਭਰਮ ਹੀ ਦੂਰ ਕਰ ਦਿੱਤਾ ਜਦੋਂ ਮੈਂ ਉਸ ਮਾਲਕ ਦਾ ਸਿਮਰਨ ਕੀਤਾ। ਸਰਬ ਨਿਵਾਸੀ ਸਦਾ ਅਲੇਪਾ, ਸਭ ਮੈਂ ਰਹਾ ਸਮਾਇਓ, ਕਿ ਉਹ ਤਾਂ ਸਾਰਿਆਂ ਦੇ ਵਿੱਚ ਹੀ ਸਮਾਇਆ ਹੋਇਆ ਹੈ। ਤਾਂ ਹੀ ਪਾਤਸ਼ਾਹ ਕਹਿੰਦੇ ਨੇ ਕਿ ਜਦੋਂ ਆਪਾਂ ਝਗੜਾ ਕਰਦੇ ਹਾਂ, ਲੜਾਈ ਕਰਦੇ ਹਾਂ, ਹੁਣ ਅਸੀਂ ਭਰਮ 'ਚ ਪੈ ਕੇ ਝਗੜਾ ਕਰ ਦਿੰਦੇ ਹਾਂ ਕਿ ਫਲਾਣੇ ਸਰੀਰ ਨੇ ਮੇਰੇ ਨਾਲ ਝਗੜਾ ਕੀਤਾ ਜਾਂ ਮੇਰੇ ਸਰੀਰ ਨੇ ਦੂਸਰੇ ਸਰੀਰ ਨਾਲ ਝਗੜਾ ਕੀਤਾ। ਲੇਕਿਨ ਸਤਿਗੁਰੂ ਗੁਰਬਾਣੀ ਵਿੱਚ ਆਪਾਂ ਨੂੰ ਕੀ ਗਿਆਨ ਬਖਸ਼ਿਸ਼ ਕਰਦੇ ਨੇ? ਮਹਾਰਾਜ ਕਹਿੰਦੇ ਆ ਕਿ ਝਗੜਾ ਤਾਂ ਕਰਦੇ ਨੇ ਤੁਹਾਡੇ ਅੰਦਰ ਬੈਠੇ ਹੋਏ 5 ਜਾਣੇ। ਤਾਂ ਹੀ ਸਤਿਗੁਰ ਕਹਿੰਦੇ ਆ, ਕਹੋਤ ਕਬੀਰ ਪੰਚ ਕੋ ਝਗੜਾ, ਝਗੜਤ ਜਨਮ ਗਵਾਇਆ। ਅਸੀਂ ਇਹ ਮਾਨਸ ਜਾਮਾ 84 ਲੱਖ ਜੂਨ ਤੋਂ ਉੱਤਮ ਜਿਹੜਾ ਪ੍ਰਮਾਤਮਾ ਨੇ ਸਾਨੂੰ ਬਖਸ਼ਿਸ਼ ਕੀਤਾ ਸੀ, ਇਹ ਆਪਾਂ ਇਸੇ ਈਰਖਾ ਦੁਬਦਾ ਔਰ ਝਗੜੇ ਦੇ ਵਿੱਚ ਗਵਾ ਕੇ ਹੀ ਸੰਸਾਰ ਤੋਂ ਚਲੇ ਜਾਂਦੇ ਹਾਂ। ਸਤਿਗੁਰ ਅੱਗੇ ਗੁਰਬਾਣੀ ਵਿੱਚ ਸਮਝਾਉਂਦੇ ਆ, ਮਹਾਰਾਜ ਕਹਿੰਦੇ ਉਹ ਤਾਂ ਸਾਰਿਆਂ ਦੇ ਅੰਦਰ ਵਸਦਾ ਏ। ਹੁਣ ਸਤਿਗੁਰੂ ਗੁਰਬਾਣੀ ਵਿੱਚ ਕਹਿੰਦੇ ਆ ਵੀ ਆਪਾਂ ਸਾਰਿਆਂ ਨੂੰ ਨਾ ਇੱਕ ਦੁੱਖ ਲੱਗਾ ਆ। ਹੁਣ ਜੇ ਸਤਿਗੁਰ ਕਹਿੰਦੇ ਵੀ ਕਿਸੇ ਨੂੰ ਕਹੋ ਵੀ ਸਾਨੂੰ ਦੁੱਖ ਆ, ਜਿਸ ਮਨੁੱਖ ਪੈ ਕਰਹੁ ਬੇਨੰਤੀ, ਸੋ ਆਪਣੇ ਦੁੱਖ ਭਰਿਆ। ਸੱਚ ਜਾਣਿਓ, ਜਦੋਂ ਤੁਸੀਂ ਸੰਸਾਰ ਵਿੱਚ ਆਪਾਂ ਕਿਸੇ ਨਾਲ ਗੱਲ ਕਰਦੇ ਨਾ ਵੀ ਮੈਂ ਇਸ ਕਰਕੇ ਦੁਖੀ ਹਾਂ, ਤੇ ਉਹ ਜੀਵ ਅੱਗੋਂ 10 ਆਪਣੇ ਦੁੱਖ ਸੁਣਾਉਣ ਲੱਗ ਜਾਂਦਾ ਕਿ ਮੈਂ ਤੇਰੇ ਤੋਂ ਵੀ ਵੱਧ ਦੁਖੀ ਹਾਂ, ਮੈਨੂੰ ਆ ਵੀ ਦੁੱਖ ਹੈ, ਮੈਨੂੰ ਉਹ ਵੀ ਦੁੱਖ ਹੈ। ਇੱਥੇ ਸਤਿਗੁਰੂ ਗੁਰਬਾਣੀ 'ਚ ਸਮਝਾਉਂਦੇ ਕਹਿੰਦੇ ਆ ਵੀ ਜਦੋਂ ਆਪਾਂ ਪਰਮਾਤਮਾ ਦਾ ਸਿਮਰਨ ਕਰਦੇ ਹਾਂ, ਉਸ ਨਿਰੰਕਾਰ ਦਾ, ਤੇ ਸਾਡੇ ਮਨ ਨੂੰ ਸੁੱਖ ਮਿਲਦਾ ਹੈ, ਸਾਡੇ ਮਨ ਦੇ ਵਿੱਚ ਆਨੰਦ ਆ ਜਾਂਦਾ ਹੈ, ਉਸ ਪਰਮਾਤਮਾ ਦਾ ਖੇੜਾ ਬਣ ਜਾਂਦਾ ਹੈ। ਜਦੋਂ ਆਨੰਦ ਆਉਂਦਾ ਏ ਅੰਦਰੋਂ, ਪਰਮਾਤਮਾ ਨੂੰ ਜਪਦਿਆਂ ਉਹਦੀ ਹੋਂਦ ਦਾ ਪਤਾ ਲੱਗਦਾ, ਉਹਦਾ ਨਾਮ ਪ੍ਰਗਟ ਹੁੰਦਾ, ਤੇ ਸਾਡਾ ਜਿਹੜਾ ਜੰਮਣ ਤੇ ਮਰਨ ਦਾ ਦੁੱਖ ਆ ਉਹ ਬਿਨਸ ਜਾਂਦਾ, ਉਹ ਖਤਮ ਹੋ ਜਾਂਦਾ। ਸਤਿਗੁਰ ਇੱਥੇ ਸਮਝਾਉਂਦੇ, ਜਾਂ ਕੈ ਸਿਮਰਨ ਹੋਏ ਆਨੰਦਾ, ਬਿਨਸੈ ਜਨਮ ਮਰਨ ਭੈ ਦੁਖੀ। ਮਹਾਰਾਜ ਕਹਿੰਦੇ ਜਿਸ ਡਰ ਦੇ ਵਿੱਚ ਤੂੰ ਜੀ ਰਿਹਾ ਸੀ ਕਿ ਹਾਏ ਮੈਂ ਮਰ ਜਾਣਾ, ਮੇਰੇ ਨਾਲ ਮਰਨ ਤੋਂ ਬਾਅਦ ਪਤਾ ਨਹੀਂ ਕੀ ਹੋਏਗਾ, ਕਿਉਂਕਿ ਅਸੀਂ ਤਾਈਓ ਦੁਖੀ ਹੁੰਨੇ ਆ ਜਦੋਂ ਥੋੜਾ ਜਿਹਾ ਬਿਮਾਰ ਹੋ ਜਾਂਦੇ ਆ ਨਾ, ਉਦੋਂ ਆਪਾਂ ਦੁਖੀ ਹੁੰਨੇ ਆ ਕਿ ਕਿਤੇ ਮੈਂ ਮਰ ਨਾ ਜਾਵਾਂ। ਕਿਉਂ? ਕਿਉਂਕਿ ਸਾਨੂੰ ਪਤਾ ਹੀ ਨਹੀਂ ਅਸੀਂ ਮਰਨ ਤੋਂ ਬਾਅਦ ਜਾਣਾ ਕਿੱਥੇ ਆ, ਉਸ ਜਗ੍ਹਾ ਦਾ ਪਤਾ ਨਹੀਂ, ਤਾਂ ਆਪਾਂ ਦੁਖੀ ਹੁੰਨੇ ਆ। ਤੇ ਜਿਹੜੇ ਗੁਰਮੁਖ ਜਿਉਂਦੇ ਜੀ ਉਸ ਘਰ ਦਾ, ਉਸ ਜਗ੍ਹਾ ਦਾ, ਉਸ ਦਰਗਾਹ ਸੱਚਖੰਡ ਦਾ ਭੇਤ ਲੈ ਲੈਂਦੇ ਨੇ ਕਿ ਜਿੱਥੇ ਉਹ ਨਾਮ ਸ਼ਬਦ ਪ੍ਰਗਟ ਹੋ ਰਿਹਾ ਉਹ ਮਾਲਕ ਦਾ ਸੱਚਾ ਘਰ ਹੈ। ਜਿਵੇਂ ਗੁਰਮੁਖ ਜਿਹੜੇ ਸ਼ਹੀਦ ਹੋਏ, ਖੋਪੜੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਉਬਲੀਆਂ ਦੇਗਾਂ ਵਿੱਚ ਬਹਿ ਗਏ, ਸੀਸ ਲੱਥ ਕੇ ਤੱਤੀਆਂ ਤਵੀਆਂ ਤੇ ਵੀ ਬੈਠੇ, ਜਿਨ੍ਹਾਂ ਮਾਵਾਂ ਨੇ ਵੀ ਬੱਚਿਆਂ ਦੇ ਛੋਟੇ ਛੋਟੇ ਟੁਕੜੇ ਕਰਕੇ ਗਲਾਂ 'ਚ ਹਾਰ ਪਵਾਏ ਸੀ, ਉਹ ਸਰੀਰ ਕੋਈ ਆਮ ਨਹੀਂ ਸੀ। ਉਹਨਾਂ ਨੇ ਪ੍ਰਮਾਤਮਾ ਦੀ ਬੰਦਗੀ ਕਰਕੇ, ਸਿਮਰਨ ਕਰਕੇ ਉਸ ਘਰ ਦਾ ਭੇਤ ਪਾ ਲਿਆ, ਤੇ ਇਹੋ ਸਿੱਖਿਆ ਕਿ ਇਹ ਜਿਹੜਾ ਸਰੀਰ ਹੈ ਇਹ ਸਾਡਾ ਅਸਲੀ ਘਰ ਨਹੀਂ। ਤਾਂ ਹੀ ਪ੍ਰਮਾਤਮਾ ਕਹਿੰਦੇ, ਡੱਡਾ ਡੇਰਾ ਇਹ ਨਹੀਂ, ਜਹ ਡੇਰਾ ਤਹ ਜਾਣ, ਉਆਂ ਡੇਰਾ ਕੇ ਸੰਜਮੋ ਗੁਰ ਕੇ ਸ਼ਬਦ ਪਛਾਣ। ਕੇ ਗੁਰੂ ਦੇ ਸ਼ਬਦ ਤੋਂ ਭੇਤ ਲੈ ਕੇ ਤੇਰਾ ਅਸਲੀ ਡੇਰਾ, ਤੇਰਾ ਅਸਲੀ ਘਰ ਕਿੱਥੇ ਹੈ। ਤਾਂ ਹੀ ਪਾਤਸ਼ਾਹ ਕਹਿੰਦੇ ਜਦੋਂ ਸਿਮਰਨ ਕਰਾਂਗੇ, ਮਨ ਉਸ ਘਰ ਦੀ ਖੋਜ ਕਰੇਗਾ, ਮਨ ਨੂੰ ਅੰਦਰ ਉਹ ਨਾਮ ਦਾ ਖੇੜਾ ਪ੍ਰਗਟ ਹੋਏਗਾ। ਫਿਰ ਜਿਸ ਜੰਮਣ ਤੇ ਮਰਨ ਦੇ ਭੈ ਵਿੱਚ ਆਪਾਂ ਦੁਖੀ ਸੀ, ਉਹ ਦੁੱਖ ਖਤਮ ਹੋ ਜਾਏਗਾ, ਕਿਉਂਕਿ ਆਪਾਂ ਉਹ ਘਰ ਦੇਖ ਲਿਆ ਕਿ ਜਿਸ ਘਰ ਦੇ ਵਿੱਚ ਆਪਾਂ ਸਰੀਰ ਛੱਡਣ ਤੋਂ ਬਾਅਦ ਉੱਥੇ ਜਾਣਾ ਹੈ। ਤਾਂ ਹੀ ਪਾਤਸ਼ਾਹ ਕਹਿੰਦੇ ਆ, ਜਾਂ ਕੈ ਸਿਮਰਨ ਹੋਏ ਆਨੰਦਾ, ਬਿਨਸੈ ਜਨਮ ਮਰਨ ਭੈ ਦੁਖੀ। ਸਤਿਗੁਰ ਕਹਿੰਦੇ ਇੰਨਾ ਨਹੀਂ ਕਿ ਜੰਮਣ ਮਰਨ ਤੋਂ ਰਹਿਤ ਹੋ ਜਾਓਗੇ। ਸਤਿਗੁਰ ਕਹਿੰਦੇ ਆ ਕਿ ਜਿਹੜੀ ਸਾਨੂੰ ਤ੍ਰਿਸ਼ਨਾ ਦੀ ਭੁੱਖ ਲੱਗੀ ਆ, ਜਿਹੜੇ ਪਦਾਰਥਾਂ ਦੀ ਭੁੱਖ ਲੱਗੀ ਸੀ,
ਜਦੋਂ ਸਿਮਰਨ ਕਰਦੇ ਆ ਉਹ ਪਦਾਰਥ ਨੌ ਨਿਧ ਰਿੱਧੀਆਂ ਸਿੱਧੀਆਂ ਆਪਣੇ ਆਪ ਹੀ ਮਗਰ ਤੁਰੀਆਂ ਫਿਰਦੀਆਂ ਨੇ, ਲੇਕਿਨ ਮੁੜ ਕੇ ਮਨ ਇੰਨਾ ਨਾਮ ਦੇ ਵਿੱਚ ਰੱਜ ਜਾਂਦਾ ਹੈ, ਨਾਮ ਦੀ। ਕਿਉਂਕਿ ਹੋਇਆ ਕੀ ਕਿ ਸਾਨੂੰ ਅਜੇ ਤੱਕ ਨਾ ਜੋ ਸਤਿਗੁਰੂ ਗੁਰਬਾਣੀ ਚ ਕਹਿੰਦੇ ਕਿ ਸਾਚੇ ਨਾਮ ਕੀ ਲੱਗੈ ਭੂਖ, ਭੁੱਖ ਤੇ ਸਾਨੂੰ ਲੱਗੀ ਪਰ ਨਾਮ ਦੀ ਨਹੀਂ। ਭੁੱਖ ਲੱਗੀ ਪਦਾਰਥਾਂ ਦੀ, ਭੁੱਖ ਲੱਗੀ ਆ ਸੰਸਾਰ ਦੀਆਂ ਚੀਜ਼ਾਂ ਦੀ। ਮਹਾਰਾਜ ਕਹਿੰਦੇ ਸੰਸਾਰ ਦੀਆਂ ਚੀਜ਼ਾਂ ਤੇ ਚਾਹੀਦੀਆਂ ਨੇ, ਉਹ ਤਾਂ ਆਮ ਜੀਵ ਨੂੰ ਵੀ ਮਿਲ ਜਾਂਦੀਆਂ, ਪਰ ਜਿਸ ਦਿਨ ਤੁਸੀਂ ਜਪਣਾ ਸ਼ੁਰੂ ਕਰ ਦਿੱਤਾ, ਸਤਿਗੁਰ ਨੇ ਕਿਰਪਾ ਕਰ ਦਿੱਤੀ, ਉਹ ਚੀਜ਼ਾਂ ਜਿਹੜੀਆਂ 9 ਨਿਧੀਆਂ 18 ਸਿੱਧੀਆਂ ਤੁਹਾਡੇ ਮਗਰ ਮਗਰ ਤੁਰੀਆਂ ਫਿਰਦੀਆਂ ਨੇ। ਸਤਿਗੁਰ ਤਾਈਓ ਕਹਿੰਦੇ ਚਾਰ ਪਦਾਰਥ ਨਵ ਨਿਧ ਪਾਵੇ, ਬਹੁਰ ਨਾ ਤ੍ਰਿਸ਼ਨਾ ਭੁੱਖੀ। ਮਹਾਰਾਜ ਕਹਿੰਦੇ ਫਿਰ ਮਨ ਦੀ ਭੁੱਖ ਹੀ ਮਿਟ ਜਾਂਦੀ ਆ, ਕਿਉਂਕਿ ਮਨ ਨੂੰ ਮੁੜ ਕੇ ਆਨੰਦ ਆਉਂਦਾ, ਮਨ ਨੂੰ ਮੁੜ ਕੇ ਸਕੂਨ ਮਿਲਦਾ ਹੈ ਨਿਰੰਕਾਰ ਦੇ ਨਾਲ ਅੰਦਰੋਂ ਆਪਣੀ ਸੁਰਤ ਨੂੰ ਜੋੜਿਆ। ਸਤਿਗੁਰ ਇੱਥੇ ਆਪਾਂ ਨੂੰ ਗੁਰਬਾਣੀ ਵਿੱਚ ਸਮਝਾਉਣਾ ਕਰਦੇ ਆ। ਮਹਾਰਾਜ ਕਹਿੰਦੇ ਆ ਜਿਹਦਾ ਨਾਮ ਲੈਣ ਨਾਲ ਤੂੰ ਸੁਖੀ ਹੋਵੇਗਾ, ਜਾਂ ਕੋ ਨਾਮ ਲੈਤ ਤੂੰ ਸੁਖੀ। ਫਿਰ ਸਤਿਗੁਰ ਕੀ ਸਮਝਾਉਂਦੇ, ਮਹਾਰਾਜ ਕਹਿੰਦੇ ਸਾਸ ਸਾਸ ਧਿਆਵੋ ਠਾਕੁਰ ਕੋ, ਮਨ ਤਨ ਜੀਅਰੈ ਮੁਖੀ। ਕਹਿੰਦੇ ਆਪਣੇ ਮੁਖ ਦੁਆਰਾ ਉਸ ਨਿਰੰਕਾਰ ਨੂੰ ਸਾਸ ਸਾਸ ਸਿਮਰਨ ਕਰਨਾ ਹੈ। ਜਿਵੇਂ ਕੱਲ ਇੱਕ ਗੁਰਮੁਖਾਂ ਨੇ ਸਵਾਲ ਕੀਤਾ ਸੀ ਵੀ ਸਾਸ ਸਾਸ ਸਿਮਰਨ ਕੀ ਹੁੰਦਾ ਹੈ। ਆਪਾਂ ਜਪਦੇ ਹਾਂ ਸਾਸ ਗਿਰਾਸ, ਉਸ ਤੋਂ ਬਾਅਦ ਆਉਂਦਾ ਹੈ ਸਾਸ ਸਾਸ, ਜਿਹਨੂੰ ਸਤਿਗੁਰ ਵੀ ਗੁਰਬਾਣੀ 'ਚ ਆਪਾਂ ਨੂੰ ਗਿਆਨ ਬਖਸ਼ਿਸ਼ ਕਰਦੇ ਨੇ। ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਮਹਾਰਾਜ ਕਹਿੰਦੇ ਸਾਸ ਸਾਸ ਸਿਮਰਨ ਹੁੰਦਾ ਕਿ ਆਪਾਂ ਅੰਦਰ ਨੂੰ ਸਵਾਸ ਗਿਆ ਤੇ ਵਾਹੀ ਨਹੀਂ ਬੋਲਣਾ, ਉਹਨੂੰ ਮਹਿਸੂਸ ਕਰਨਾ, ਲੇਕਿਨ ਬਾਹਰ ਨੂੰ ਸਵਾਸ ਆਉਂਦਿਆਂ ਆਪਾਂ ਗੁਰੂ ਬੋਲਣਾ ਹੈ। ਜਿਵੇਂ ਸਤਿਗੁਰੂ ਆਪਾਂ ਨੂੰ ਸਮਝਾਉਂਦੇ ਨੇ, ਆਪਾਂ ਸਾਸ ਸਾਸ ਸਿਮਰਨ ਕਿਵੇਂ ਕਰਨਾ, ਗੁਰੂ ਗੁਰੂ ਗੁਰੂ, ਲੇਕਿਨ ਇਹ ਆਪਾਂ ਸੰਗਤ ਵਿੱਚ ਜਾ ਕੇ ਕਰਨਾ ਹੁੰਦਾ ਹੈ। ਕਿਉਂਕਿ ਸਾਸ ਸਾਸ ਸਿਮਰਨ ਕਰਨ ਦੇ ਨਾਲ ਸ਼ਬਦ ਤੇ ਸੁਰਤ ਦਾ ਕਹਿੰਦੇ ਆ ਮੇਲ, ਸਤਿਗੁਰ ਕਹਿੰਦੇ ਬਹੁਤ ਜਲਦੀ ਹੋ ਜਾਂਦਾ ਹੈ। ਜੇਕਰ ਆਪਾਂ ਨੂੰ ਗਿਆਨ ਨਹੀਂ ਕਿ ਸਾਡੀ ਸੁਰਤ ਇੱਕ ਵਾਰ ਸ਼ਬਦ ਦੁਆਰਾ ਚੜ ਗਈ ਤੇ ਵਾਪਸ ਉਹਨੂੰ ਸਰੀਰ ਦੇ ਨਾਲ ਕਿਵੇਂ ਜੋੜਨਾ ਹੈ। ਇਸ ਕਰਕੇ ਜਿੰਨਾ ਚਿਰ ਆਪਾਂ ਨੂੰ ਭੇਤ ਨਹੀਂ ਆਉਂਦਾ ਸੰਗਤ ਵਿੱਚ ਆ ਕੇ, ਆਪਾਂ ਪਰਿਵਾਰ ਵਿੱਚ ਬੈਠ ਕੇ ਸਾਸ ਗਿਰਾਸ ਤੇ ਸਿਮਰਨ ਕਰਨਾ ਹੈ, ਲੇਕਿਨ ਸਾਸ ਸਾਸ ਕੇਵਲ ਸੰਗਤ ਵਿੱਚ ਹੀ ਕਰਨਾ ਹੈ। ਫਿਰ ਮਹਾਰਾਜ ਆਪਾਂ ਨੂੰ ਗੁਰਬਾਣੀ ਦੁਆਰਾ ਸਮਝਾਉਣਾ ਕਰਦੇ ਆ। ਮਹਾਰਾਜ ਕਹਿੰਦੇ ਆ ਕਿ ਜਦੋਂ ਆਪਾਂ ਉਸ ਮਾਲਕ ਨਿਰੰਕਾਰ ਦਾ ਸਿਮਰਨ ਧਿਆਉਂਦੇ ਹਾਂ, ਉਹਦਾ ਨਾਮ ਜਪਦੇ ਹਾਂ, ਫਿਰ ਸਾਡੇ ਮਨ ਨੂੰ ਸ਼ਾਂਤੀ ਵੀ ਮਿਲ ਜਾਂਦੀ ਤੇ ਮਨ ਸੀਤਲ ਹੋ ਜਾਂਦਾ ਹੈ, ਤੇ ਮਨ ਦੇ ਅੰਦਰ ਜਿਹੜੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਔਰ ਤ੍ਰੈ ਗੁਣਾਂ ਦੀ ਜਿਹੜੀ ਅਗਨ ਬਲ ਰਹੀ ਹੈ, ਸਤਿਗੁਰ ਕਹਿੰਦੇ ਉਹ ਵੀ ਸ਼ਾਂਤ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਸ਼ਾਂਤ ਪਾਵੇ ਹੋਵੇ ਮਨ ਸੀਤਲ, ਅਗਨ ਨਾ ਅੰਤਰ ਧੁਖੀ। ਮਹਾਰਾਜ ਕਹਿੰਦੇ ਜਿਹੜੇ ਹਰ ਇੱਕ ਜੀਵ ਨੂੰ ਅੰਦਰੋਂ ਤ੍ਰੈ ਗੁਣਾਂ ਦੇ ਵਿਚਾਰਾਂ ਦੀ ਧੁਖ ਧੁਖੀ ਲੱਗੀ ਰਹਿੰਦੀ ਹੈ, ਕਿਸੇ ਨੂੰ ਚਿੰਤਾ, ਕਿਸੇ ਨੂੰ ਫਿਕਰ, ਕਿਸੇ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਲਹਿਰਾਂ ਦੀ ਧੁਖ ਧੁਖੀ ਅੰਦਰ ਚੱਲਦੀ ਹੈ, ਸਤਿਗੁਰ ਕਹਿੰਦੇ ਉਹ ਸ਼ਾਂਤ ਹੋ ਜਾਂਦੀ ਹੈ ਉਹ ਅਗਨ, ਜਦੋਂ ਆਪਾਂ ਉਸ ਨਿਰੰਕਾਰ ਦਾ ਸਿਮਰਨ ਕਰਦੇ ਹਾਂ। ਨਾਮ ਜਪਦੇ ਹੋਏ ਜਦੋਂ ਸਾਡੀ ਸੁਰਤ ਅੰਦਰੋਂ ਨਿਰੰਕਾਰ ਨਾਲ ਜੁੜ ਕੇ ਇਹ ਸਰੀਰ ਦਾ ਚੇਤਾ ਹੀ ਭੁੱਲ ਜਾਂਦੀ ਹੈ। ਸਤਿਗੁਰੂ ਆਪਾਂ ਨੂੰ ਅੱਗੇ ਗਿਆਨ ਬਖਸ਼ਿਸ਼ ਕਰਦੇ ਆ। ਮਹਾਰਾਜ ਕਹਿੰਦੇ ਗੁਰ ਨਾਨਕ ਕੋ ਪ੍ਰਭੂ ਦਿਖਾਇਆ, ਜਲ ਥਲ ਤ੍ਰਿਭਵਨ ਰੁਖੀ। ਮਹਾਰਾਜ ਕਹਿੰਦੇ ਰੁੱਖ ਵਿੱਚ ਵੀ, ਜਲਾਂ ਵਿੱਚ ਵੀ, ਥਲਾਂ ਵਿੱਚ ਵੀ, ਫਿਰ ਜਦੋਂ ਮਨ ਸ਼ਾਂਤ ਹੋ ਗਿਆ ਤੇ ਉਹਨੂੰ ਭੇਤ ਆ ਗਿਆ ਕਿ ਹਰ ਇੱਕ ਕਿਣਕੇ ਦੇ ਵਿੱਚ ਉਹ ਪਰਮਾਤਮਾ ਵਸਦਾ ਹੈ। ਸਤਿਗੁਰ ਅੱਗੇ ਗੁਰਬਾਣੀ ਦੁਆਰਾ ਸਮਝਾਉਂਦੇ ਆ। ਹੁਣ ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਆ, ਅਸੀਂ ਬਹੁਤ ਯਤਨ ਕਰਦੇ ਹਾਂ ਕਿ ਬਾਣੀ ਦਿਨ ਰਾਤ ਵੀ ਪੜ੍ਹੀ ਜਾਈਏ, ਇੱਥੋਂ ਤੱਕ ਕਿ ਸੰਸਾਰ ਦੇ ਬਹੁਤ ਸਾਰੇ ਜੀਵਾਂ ਨੂੰ ਗੁਰਬਾਣੀ ਕੰਠ ਵੀ ਹੈ, ਲੇਕਿਨ ਸਤਿਗੁਰੂ ਗੁਰਬਾਣੀ 'ਚ ਕਹਿੰਦੇ ਆ ਕਿ ਗੁਰਬਾਣੀ ਕੰਠ ਹੋਣ ਦੇ ਬਾਵਜੂਦ, ਗੁਰਬਾਣੀ ਰੋਜ਼ ਪੜ੍ਹਨ ਦੇ ਬਾਵਜੂਦ ਸਾਡੇ ਅੰਦਰੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਵਾਸ਼ਨਾਵਾਂ ਖਤਮ ਨਹੀਂ ਹੁੰਦੀਆਂ, ਜਿੰਨਾ ਚਿਰ ਪਰਮਾਤਮਾ ਨਿਰੰਕਾਰ ਆਪਣੀ ਕਿਰਪਾ ਨਹੀਂ ਕਰਦਾ। ਤਾਂ ਹੀ ਤੇ ਮਹਾਰਾਜ ਗੁਰਬਾਣੀ 'ਚ ਵੀ ਆਪਾਂ ਨੂੰ ਸਮਝਾਉਣਾ ਕਰਦੇ ਆ। ਮਹਾਰਾਜ ਕਹਿੰਦੇ ਆ ਤੁਸੀਂ ਪਾਠ ਵੀ ਪੜ੍ਹ ਲਿਆ,
ਵੇਦਾਂ ਸ਼ਾਸਤਰਾਂ ਦਾ ਗਿਆਨ ਵੀ ਲੈ ਲਿਆ, ਲੇਕਿਨ ਕੀ ਪਾਠ ਪੜ੍ਹ ਕੇ ਵੇਦਾਂ ਸ਼ਾਸਤਰਾਂ ਦਾ ਗਿਆਨ ਲੈ ਕੇ ਤੁਹਾਡੇ ਅੰਦਰੋਂ ਜਿਹੜਾ ਮਨ ਕਾਮ ਕ੍ਰੋਧ ਲੋਭ ਹੰਕਾਰ ਦੀਆਂ ਲਹਿਰਾਂ ਵਿੱਚ ਵੱਸਦਾ ਸੀ, ਕੀ ਉਹ ਸ਼ਾਂਤ ਹੋ ਗਈਆਂ? ਨਹੀਂ ਹੋਈਆਂ। ਤਾਂ ਹੀ ਤਾਂ ਮਹਾਰਾਜ ਗੁਰਬਾਣੀ 'ਚ ਕਹਿੰਦੇ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ। ਕਹਿੰਦੇ ਪੰਜਾਂ ਦਾ ਸੰਗ ਤੇ ਮਨ ਨੇ ਫਿਰ ਵੀ ਛੱਡਿਆ ਨਹੀਂ। ਅਨਿਕ ਅਹਮ ਬੁੱਧ ਬਾਧੇ ਪਿਆਰੇ, ਇਨ ਬਿਦ ਮਿਲਣ ਨਾ ਜਾਈ। ਮਹਾਰਾਜ ਕਹਿੰਦੇ ਇਸ ਤਰੀਕੇ ਨਾਲ ਤੂੰ ਨਿਰੰਕਾਰ ਨੂੰ ਨਹੀਂ ਮਿਲ ਸਕਦਾ। ਮੈਂ ਕੀਏ ਕਰਮ ਅਨੇਕਾਂ, ਫਿਰ ਕੀ ਹੋਇਆ? ਮਹਾਰਾਜ ਕਹਿੰਦੇ ਹਾਰ ਪਰਿਓ ਸੁਆਮੀ ਕੇ ਦੁਆਰੇ, ਦੀਜੈ ਬੁੱਧ ਵਿਵੇਕਾ, ਕਿ ਮੇਰੀ ਬੁੱਧ ਇੰਨੀ ਨਹੀਂ ਕਿ ਮੈਂ ਤੈਨੂੰ ਪਾ ਸਕਾਂ। ਇੱਥੇ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਾਮ ਕ੍ਰੋਧ ਝੂ ਲੋਭ ਝੂਠ ਨਿੰਦਾ, ਇਨ ਤੇ ਆਪ ਛਡਾਵੋ। ਕਿ ਮੈਂ ਤਾਂ ਬੜੇ ਯਤਨ ਕਰ ਲਏ, ਬਾਣੀ ਵੀ ਪੜ੍ਹ ਲਈ, ਆਪਣੀ ਮੱਤ ਦੁਆਰਾ ਮੈਂ ਨਾਮ ਵੀ ਜਪ ਕੇ ਵੇਖ ਲਿਆ, ਆਪਣੀ ਮੱਤ ਦੁਆਰਾ ਮੈਂ ਸਿਮਰਨ ਵੀ ਕਰਕੇ ਵੇਖ ਲਿਆ, ਆਪਣੀ ਮੱਤ ਦੁਆਰਾ ਮੈਂ ਅਨੇਕਾਂ ਤਰ੍ਹਾਂ ਦੇ ਕਰਮ ਕਾਂਡ ਕਰਕੇ ਵੀ ਵੇਖ ਲਏ, ਲੇਕਿਨ ਇਹਨਾਂ ਪੰਜਾਂ ਨੇ ਮੇਰਾ ਪਿੱਛਾ ਨਹੀਂ ਛੱਡਿਆ। ਐ ਮਾਲਕ ਨਿਰੰਕਾਰ ਵਾਹਿਗੁਰੂ, ਤੂੰ ਕਿਰਪਾ ਕਰ ਤੇ ਮੇਰਾ ਖਹਿੜਾ ਇਹਨਾਂ ਪੰਜਾਂ ਤੋਂ ਛਡਾ। ਤਾਂ ਹੀ ਕਹਿੰਦੇ ਕਾਮ ਕ੍ਰੋਧ ਲੋਭ ਝੂਠ ਨਿੰਦਾ, ਇਨ ਤੇ ਆਪ ਛਡਾਵੋ। ਕਿਉਂ? ਕਿਉਂਕਿ ਇਹ ਕੇਵਲ ਤੇ ਕੇਵਲ ਤੇਰੇ ਨਾਮ ਤੋਂ ਡਰਦੇ ਨੇ, ਤੇ ਇਹਨਾਂ ਤੋਂ ਰਹਿਤ ਕਰਵਾ ਕੇ ਮੈਨੂੰ ਆਪਣੇ ਨੇੜੇ ਬੁਲਾ, ਮੇਰੀ ਸੁਰਤ ਨੂੰ ਆਪਣੇ ਨੇੜੇ ਕਰ। ਕਿਉਂ? ਕਿਉਂਕਿ ਜਦੋਂ ਮੈਂ ਜਪਣ ਲੱਗਦਾ ਹਾਂ, ਮੇਰੀ ਸੁਰਤ ਜਿਉਂ ਨਾਮ ਦੇ ਵਿੱਚ ਰੰਗਣ ਲੱਗਦੀ ਹੈ, ਰਸਤੇ ਵਿੱਚ ਆ ਕੇ ਇਹ ਖੜੇ ਹੋ ਜਾਂਦੇ ਹਨ। ਮੇਰੇ ਅੰਦਰ ਫਿਰ ਵਿਚਾਰ ਤੇ ਫੁਰਨਿਆਂ ਦੀ ਅਗਨ ਸ਼ੁਰੂ ਹੋ ਜਾਂਦੀ ਹੈ। ਸਤਿਗੁਰੂ ਤਾਈਓ ਕਹਿੰਦੇ ਇਹ ਭੀਤਰ ਤੇ ਇਨਕੋ ਡਾਰੋ। ਮਹਾਰਾਜ ਕਹਿੰਦੇ ਆ, ਸਤਿਗੁਰੂ ਗੁਰਬਾਣੀ 'ਚ ਕਹਿੰਦੇ ਆ ਵੀ ਮਾਲਕ ਨਿਰੰਕਾਰ ਨੂੰ ਉਹਨਾਂ ਤਰਲਾ ਕੀਤਾ, ਮਿਹਨਤ ਕੀਤੀ ਕਿ ਇਹਨਾਂ ਦੇ ਵਿੱਚ ਵੜ ਕੇ ਤੂੰ ਇਹਨਾਂ ਨੂੰ ਪਿੱਛੇ ਕਰ ਸਕਦਾ ਹੈ। ਇਹ ਭੀਤਰ ਤੇ ਇਨਕੋ ਡਾਰੋ, ਆਪਨ ਨਿਕਟ ਬੁਲਾਵੋ। ਇਹ ਪਰਮਾਤਮਾ ਵਾਹਿਗੁਰੂ ਸੱਚੇ ਪਾਤਸ਼ਾਹ, ਮੈਂ ਤੇ ਤੈਨੂੰ ਮਿਲਣਾ ਚਾਹੁੰਦਾ ਹਾਂ। ਮੈਂ ਅਭਿਆਸ ਵੀ ਕਰਦਾ ਹਾਂ, ਸਿਮਰਨ ਵੀ ਕਰਦਾ ਹਾਂ, ਬਾਣੀ ਵੀ ਪੜ੍ਹਦਾ ਹਾਂ, ਪਰ ਇਹਨਾਂ ਤੋਂ ਮੇਰਾ ਖਹਿੜਾ ਨਹੀਂ ਛੁੱਟਦਾ। ਤੂੰ ਕਿਰਪਾ ਕਰ, ਤੂੰ ਆਪ ਹਾਜ਼ਰ ਹੋ ਕੇ ਸ਼ਬਦ ਰੂਪ ਵਿੱਚ ਇਹਨਾਂ ਨੂੰ ਡਰਾ ਕੇ ਪਿੱਛੇ ਕਰਕੇ ਤੇ ਮੈਨੂੰ ਆਪਣੇ ਨੇੜੇ ਬੁਲਾ, ਕਿਉਂਕਿ ਮੇਰੀ ਸੁਰਤ ਨੂੰ, ਮੇਰੇ ਮਨ ਨੂੰ ਇਹ ਤੇਰੇ ਲਾਗੇ ਨਹੀਂ ਆਉਣ ਦਿੰਦੇ। ਮਹਾਰਾਜ ਅੱਗੇ ਗੁਰਬਾਣੀ ਵਿੱਚ ਸਮਝਾਉਂਦੇ, ਕਹਿੰਦੇ ਆਪਣੀ ਬਿਦ ਆਪ ਜਣਾਵੋ, ਹਰ ਜਨ ਮੰਗਲ ਗਾਵੋ। ਸਤਿਗੁਰੂ ਸਮਝਾਉਂਦੇ ਆ ਕਿ ਉਸ ਮਾਲਕ ਨਿਰੰਕਾਰ ਦੇ ਆਪਾਂ ਸਿਮਰਨ ਕਰਨਾ ਹੈ। ਕਿਉਂ? ਕਿਉਂਕਿ ਬਿਸਰ ਨਾਹੀ ਕਬਹੂ ਹੀਏ ਤੇ, ਇਹ ਬਿਦ ਮਨ ਮੈਂ ਪਾਵੋ, ਗੁਰ ਪੂਰਾ ਭੇਟਿਓ ਵਡਭਾਗੀ, ਜਨ ਨਾਨਕ ਕਤਹਿ ਨ ਧਾਵੋ। ਕਿਉਂਕਿ ਉਹ ਮਾਲਕ ਨਿਰੰਕਾਰ ਜਿਹੜਾ ਵੱਡੇ ਭਾਗਾਂ ਦੇ ਨਾਲ ਸਤਿਗੁਰ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਆਪਾਂ ਨੂੰ ਅੱਗੇ ਸਮਝਾਉਂਦੇ ਆ, ਕਹਿੰਦੇ ਹੁਣ ਕਈ ਜੀਵ ਸੋਚ ਲੈਂਦੇ ਨੇ ਕਿ ਮੈਨੂੰ 10 ਦਿਨ ਹੋ ਗਏ, ਮਹੀਨਾ ਹੋ ਗਿਆ, 2 ਮਹੀਨੇ ਹੋ ਗਏ ਸਿਮਰਨ ਕਰਦਿਆਂ, ਪਰ ਮੈਨੂੰ ਅਜੇ ਤੱਕ ਕੁਛ ਪ੍ਰਾਪਤੀ ਤੇ ਨਹੀਂ ਹੋਈ ਜੋ ਸਤਿਗੁਰੂ ਗੁਰਬਾਣੀ 'ਚ ਕਹਿ ਰਹੇ। ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਇੱਥੇ ਆਪਾਂ ਨੂੰ ਭਰੋਸਾ ਦੇ ਰਹੇ ਨੇ, ਆਪਾਂ ਨੂੰ ਯਕੀਨ ਦੇ ਰਹੇ ਨੇ। ਮਹਾਰਾਜ ਕਹਿੰਦੇ ਤੁਸੀਂ ਸਿਮਰਨ ਕਰੋ, ਪਰ ਮਤ ਸੋਚਿਓ ਕਿ ਤੁਹਾਡਾ ਕੀਤਾ ਹੋਇਆ ਸਿਮਰਨ ਵਿਅਰਥ ਚਲਾ ਜਾਏਗਾ, ਕਿਉਂਕਿ ਉਹਦਾ ਤੁਹਾਨੂੰ ਫਲ ਜ਼ਰੂਰ ਮਿਲੇਗਾ। ਜਿਹੜੀ ਤੁਸੀਂ ਨਾਮ ਦੀ ਘਾਲਣਾ ਘਾਲ ਰਹੇ ਹੋ, ਲੱਗੇ ਰਹੋ, ਪਰ ਕਦੀ ਵੀ ਮਨ ਵਿੱਚ ਰੋਸ਼ ਨਾ ਲਿਆਇਓ ਕਿ ਸਿਮਰਨ ਕਰਨ ਦੇ ਨਾਲ ਤੇ ਮੈਨੂੰ ਕੁਝ ਪ੍ਰਾਪਤ ਨਹੀਂ ਹੋਇਆ। ਮਹਾਰਾਜ ਕਹਿੰਦੇ ਆ, ਜਾਂ ਕੈ ਸਿਮਰਨ ਸਭ ਕਿਛ ਪਾਈਐ, ਬਿਰਥੀ ਘਾਲ ਨਾ ਜਾਈ। ਮਹਾਰਾਜ ਕਹਿੰਦੇ ਜਿਹੜੀ ਤੁਸੀਂ ਘਾਲਣਾ ਘਾਲ ਰਹੇ ਹੋ ਨਾਮ ਜਪਣ ਦੀ, ਸਿਮਰਨ ਕਰਨ ਦੀ, ਉਹ ਕਦੀ ਵਿਅਰਥ ਨਹੀਂ ਜਾ ਸਕਦੀ। ਹਾਂ, ਇੰਨੀ ਗੱਲ ਜ਼ਰੂਰ ਹੋ ਜਾਂਦੀ ਏ ਕਿ ਕਈ ਜੀਵ ਨਾਮ ਜਪਦੇ ਨੇ, ਸਿਮਰਨ ਕਰਦੇ ਨੇ ਸਿਰਫ ਆਪਣੀਆਂ ਬਿਮਾਰੀਆਂ ਦੂਰ ਕਰਨ ਨੂੰ। ਕਈ ਜੀਵ ਸਿਮਰਨ ਕਰਦੇ ਨੇ, ਨਾਮ ਜਪਦੇ ਨੇ ਘਰ ਦੇ ਵਿੱਚ ਧਨ ਦੌਲਤ ਆਉਣ ਵਾਸਤੇ। ਕਈ ਜੀਵ ਨਾਮ ਸਿਮਰਨ ਜਪਦੇ ਨੇ ਸੰਸਾਰ ਦੀਆਂ ਵਸਤੂਆਂ ਵਾਸਤੇ, ਤੇ ਕਈ ਐਸੇ ਗੁਰਮੁਖ ਹੁੰਦੇ ਨੇ ਜਿਹੜੇ ਕੇਵਲ ਤੇ ਕੇਵਲ ਸਿਮਰਨ ਕਰਦੇ ਨੇ ਪਰਮਾਤਮਾ ਨਿਰੰਕਾਰ ਦੀ ਪ੍ਰਾਪਤੀ ਵਾਸਤੇ, ਇਸ ਸੰਸਾਰ ਤੋਂ ਸਦਾ ਵਾਸਤੇ ਛੁਟਕਾਰਾ ਪਾ ਕੇ ਤੇ ਪਰਮਾਤਮਾ ਪਰਮੇਸ਼ਰ ਦੇ ਵਿੱਚ ਸਮਾਉਣ ਵਾਸਤੇ। ਕਿਉਂਕਿ ਸਿਮਰਨ ਕਰਨ ਦੇ ਨਾਲ ਜੇ ਸੰਸਾਰ ਦੀਆਂ ਚੀਜ਼ਾਂ ਮੰਗਾਂਗੇ ਮਿਲਦੀਆਂ ਨੇ, ਸੰਸਾਰ ਦੇ ਪਦਾਰਥ ਮੰਗਾਂਗੇ ਉਹ ਵੀ ਮਿਲਦੇ ਆ,
ਤੇ ਜੇ ਕਿਤੇ ਅੰਦਰੋਂ ਵਿਰਾਗਮਈ ਤੜਫ ਦੇ ਵਿੱਚ ਆ ਕੇ ਆਪਾਂ ਉਸ ਨਿਰੰਕਾਰ ਦਾ ਸਿਮਰਨ ਕਰਾਂਗੇ ਤੇ ਮਹਾਰਾਜ ਕਹਿੰਦੇ ਉਹ ਵੀ ਤੁਹਾਡੀ ਘਾਲਣਾ ਵਿਅਰਥ ਨਹੀਂ ਜਾਏਗੀ। ਅੰਤ ਸਮੇਂ ਉਹ ਪਰਮਾਤਮਾ ਵਾਹਿਗੁਰੂ ਤੁਹਾਨੂੰ ਆਪਣੇ ਵਿੱਚ ਸਮਾ ਲਏਗਾ। ਮਹਾਰਾਜ ਤਾਈਓ ਗੁਰਬਾਣੀ 'ਚ ਆਪਾਂ ਨੂੰ ਸਮਝਾਉਣਾ ਕਰਦੇ ਆ। ਮਹਾਰਾਜ ਕਹਿੰਦੇ ਜਾਂ ਕੈ ਸਿਮਰਨ ਸਭ ਕਿਛ ਪਾਈਐ, ਬਿਰਥੀ ਘਾਲ ਨਾ ਜਾਈ। ਕਿਉਂ? ਮਹਾਰਾਜ ਕਹਿੰਦੇ ਆ ਐ ਮਨਾ, ਤੂੰ ਹੁਣ ਉਹਦਾ ਸਿਮਰਨ ਤੇ ਨਹੀਂ ਕਰ ਰਿਹਾ, ਤੂੰ ਉਹਦਾ ਨਾਮ ਨਹੀਂ ਜਪ ਰਿਹਾ ਜਿਹੜਾ ਹਰ ਇੱਕ ਚੀਜ਼ ਦੇ ਵਿੱਚ ਸਮਾਇਆ ਹੋਇਆ ਏ। ਤਿਸ ਪ੍ਰਭ ਤਿਆਗ, ਕਹਿੰਦੇ ਉਹਨੂੰ ਤੂੰ ਤਿਆਗ ਦਿੱਤਾ, ਪਰਮਾਤਮਾ ਨੂੰ ਜਿਹੜਾ ਹਰ ਇੱਕ ਘਟ ਘਟ ਦੇ ਵਿੱਚ ਸਮਾਇਆ ਹੋਇਆ, ਤੇਰੇ ਅੰਦਰ ਵੀ ਸਮਾਇਆ ਹੋਇਆ। ਤੂੰ ਉਹਨੂੰ ਯਾਦ ਹੀ ਨਹੀਂ ਕੀਤਾ ਕਦੀ। ਯਾਦ ਕੀਤਾ ਹੈ ਤਾਂ ਜਦੋਂ ਦੁਖੀ ਹੁੰਨਾ ਹੈ, ਯਾਦ ਕੀਤਾ ਹੈ ਤਾਂ ਜਦੋਂ ਤੈਨੂੰ ਕਿਸੇ ਚੀਜ਼ ਦੀ ਲੋੜ, ਕਿਸੇ ਪਦਾਰਥ ਦੀ ਲੋੜ ਹੈ, ਤੂੰ ਆਪਣੇ ਮਤਲਬ ਵਾਸਤੇ ਯਾਦ ਕਰਦਾ ਹੈ। ਮਹਾਰਾਜ ਤਾਈਓ ਕਹਿੰਦੇ ਆ ਤਿਸ ਪ੍ਰਭ ਤਿਆਗ ਅਵਰਕਤ ਰਾਚੋ, ਕਹਿੰਦੇ ਉਹਨੂੰ ਛੱਡ ਕੇ ਤੂੰ ਮਾਇਆ ਦੇ ਪਿੱਛੇ ਕਿਉਂ ਭੱਜਦਾ। ਮਾਇਆ ਦਾ ਭਾਵ ਜਿਹੜੇ ਫੁਰਨੇ ਚੱਲ ਰਹੇ ਨੇ, ਮਨ ਨੂੰ ਸਮਝਾ ਰਹੇ ਨੇ ਕਿ ਐ ਮਨਾ, ਪਰਮਾਤਮਾ ਨੂੰ ਅੰਦਰੋਂ ਯਾਦ ਨਹੀਂ ਕਰਦਾ, ਪਰ ਫੁਰਨਿਆਂ ਨੂੰ, ਕਾਮ ਕ੍ਰੋਧ ਲੋਭ ਹੰਕਾਰ ਨੂੰ ਬਹੁਤ ਛੇਤੀ ਯਾਦ ਕਰਦਾ ਹੈ। ਤਿਸ ਪ੍ਰਭ ਤਿਆਗ ਅਵਰਕਤ ਰਾਚੋ, ਜੋ ਸਭ ਮੈਂ ਰਿਹਾ ਸਮਾਈ, ਕਿ ਜਿਹੜਾ ਹਰ ਇੱਕ ਸ੍ਰਿਸ਼ਟੀ ਦੇ ਕਣ ਕਣ ਦੇ ਵਿੱਚ ਸਮਾਇਆ ਹੋਇਆ ਹੈ। ਤਾਂ ਹੀ ਮਹਾਰਾਜ ਸਮਝਾਉਂਦੇ ਆ, ਮਹਾਰਾਜ ਕਹਿੰਦੇ ਹਰ ਹਰ ਸਿਮਰੋ ਸੰਤ ਗੋਪਾਲਾ, ਐ ਸੰਤੋ, ਐ ਗੁਰਮੁਖ ਜਨੋ, ਉਸ ਹਰੀ ਪਰਮਾਤਮਾ ਦਾ ਸਦਾ ਸਿਮਰਨ ਕਰੋ। ਜਦੋਂ ਤੁਸੀਂ ਸਾਧੂ ਗੁਰਮੁਖ ਐਸ ਸੱਚੇ ਸੰਤ ਦਾ ਸੰਗ ਕਰਕੇ ਉਹਦੇ ਨਾਲ ਮਿਲ ਕੇ ਨਾਮ ਧਿਆਵੋਗੇ ਤੇ ਤੁਹਾਡੀ ਸੰਸਾਰ ਵਿੱਚ ਆਈ ਹੋਈ ਜਿਹੜੀ ਕੀਤੀ ਹੋਈ ਘਾਲਣਾ ਪੂਰਨ ਜ਼ਰੂਰ ਹੋਵੇਗੀ। ਤਾਂ ਹੀ ਮਹਾਰਾਜ ਕਹਿੰਦੇ ਆ ਸਾਧ ਸੰਗ ਮਿਲ ਨਾਮ ਧਿਆਵੋ, ਪੂਰਨ ਹੋਵੇ ਘਾਲਾ, ਕਿ ਤੁਹਾਡੀ ਉਸ ਦਿਨ ਘਾਲਣਾ ਪੂਰਨ ਹੋ ਜਾਏਗੀ ਜਦੋਂ ਤੁਸੀਂ ਐਸੀ ਸੰਗਤ ਵਿੱਚ ਬੈਠ ਕੇ ਉਸ ਪਰਮਾਤਮਾ ਵਾਹਿਗੁਰੂ ਦਾ ਨਾਮ ਧਿਆਓਗੇ। ਮਹਾਰਾਜ ਕਹਿੰਦੇ ਆ ਕਿ ਉਹ ਤਾਂ ਸਾਰੇ ਸੰਸਾਰ ਦੀ ਪ੍ਰਤਪਾਲਨਾ ਕਰ ਰਿਹਾ ਹੈ। ਤਾਂ ਹੀ ਮਹਾਰਾਜ ਕਹਿੰਦੇ ਸਾਰ ਸੰਭਾਲੈ ਨਿਤ ਪ੍ਰਤਪਾਲੈ, ਪ੍ਰੇਮ ਸਹਿਤ ਗਲ ਲਾਵੈ। ਜਿਹੜੀ ਆਪਾਂ ਕੱਲ ਵਿਚਾਰ ਕੀਤੀ ਸੀ ਕਿ ਗੁਰਮੁਖ ਜਦੋਂ ਸਰੀਰ ਛੱਡ ਕੇ ਜਾਂਦਾ ਹੈ ਪ੍ਰਮਾਤਮਾ ਦੇ ਕੋਲ, ਤੇ ਉੱਥੇ ਪਰਮਾਤਮਾ ਉਸ ਬੱਚੇ ਆਪਣੇ ਨੂੰ ਧੰਨ ਕਹਿ ਕੇ ਬੁਲਾਉਂਦਾ ਹੈ ਤੇ ਉਹਨੂੰ ਆਪਣੇ ਗਲ ਨਾਲ ਲਾ ਲੈਂਦਾ ਹੈ। ਜਿਹਨੂੰ ਸਤਿਗੁਰੂ ਵੀ ਗੁਰਬਾਣੀ ਸਮਝਾ ਰਹੇ ਨੇ, ਨਾਨਕ ਧੰਨ ਧੰਨ ਸ਼ਾਬਾਸ਼ ਕਹੇ ਤਿਸ ਜਨ ਕੋ, ਜਨ ਨਾਨਕ ਮੇਲ ਲਏ ਗਲ ਲਾਏ। ਕਿ ਪਰਮਾਤਮਾ ਨੂੰ ਧੰਨ ਕਹਿੰਦਾ ਹੈ ਕਿ ਤੂੰ ਉਹ ਕੰਮ ਕਰਕੇ ਆਇਆ ਹੈ ਜਿਸ ਕੰਮ ਕਰਕੇ ਮੈਂ ਤੈਨੂੰ ਮਾਨ ਸਜਾਮਾਂ ਦੇ ਕੇ ਸੰਸਾਰ ਤੇ ਭੇਜਿਆ ਸੀ। ਤੂੰ ਪੰਜਾਂ ਨੂੰ ਹਰਾ ਕੇ, ਆਪ ਜਿੱਤ ਕੇ ਤੂੰ ਇਸ ਸੰਸਾਰ ਦੇ ਵਿੱਚੋਂ ਆਪਣੇ ਆਪ ਨੂੰ ਕੱਢ ਕੇ ਮੇਰੇ ਤੱਕ ਪਹੁੰਚਿਆ ਹੈ। ਹੁਣ ਆਪਾਂ ਵੀ ਦੇਖਣਾ ਕਿ ਰੋਜ਼ ਸਤਿਗੁਰੂ ਜੋ ਸਮਝਾਉਂਦੇ ਗੁਰਬਾਣੀ ਵਿੱਚ ਕਿ ਤੁਸੀਂ ਪੰਜਾਂ ਨਾਲ ਯੁੱਧ ਕਰਨਾ ਹੈ। ਸੂਰਾ ਸੋਈ ਜੋ ਚੜ੍ਹੈ ਤਰੰਗ, ਸੂਰਾ ਸੋਈ ਜੋ ਕਰੇ ਨਿਤ ਜੰਗ, ਰੋਜ਼ ਜੰਗ ਕਰਨੀ ਹੈ। ਕਿਉਂ? ਕਿਉਂਕਿ ਜਦੋਂ ਆਪਾਂ ਸਵੇਰੇ ਇਸ ਪਾਉਣ ਦੁਆਰਾ ਸਰੀਰ ਵਿੱਚ ਪ੍ਰਵੇਸ਼ ਹੁੰਨੇ ਆ, ਆਉਂਦਿਆਂ ਹੀ ਉਹ ਸਾਨੂੰ ਵਿਚਾਰਾਂ ਦੇ ਵਿੱਚ ਐਸਾ ਘੇਰ ਦਿੰਦੇ ਹਨ ਕਿ ਪ੍ਰਮਾਤਮਾ ਦਾ ਸਾਰਾ ਦਿਨ ਚੇਤਾ ਨਹੀਂ ਆਉਂਦਾ। ਤਾਈਓ ਮਹਾਰਾਜ ਕਹਿੰਦੇ ਉਹਨਾਂ ਵਿਚਾਰ ਦੇਣੇ, ਤੁਸੀਂ ਵਿਚਾਰਾਂ ਨੂੰ ਰੋਕਣਾ, ਉਹਨਾਂ ਵਿਚਾਰਾਂ ਦੇਣੇ ਤੁਸੀਂ ਰੋਕਣਾ। ਕਿਵੇਂ ਰੋਕਣਾ? ਸਿਮਰਨ ਕਰਕੇ, ਸੁਰਤ ਪਰਮਾਤਮਾ ਨਾਲ ਜੋੜ ਕੇ, ਨਾਮ ਧਿਆ ਕੇ, ਗੁਰਬਾਣੀ ਪੜ੍ਹ ਕੇ ਤੁਸੀਂ ਉਹਨਾਂ ਦੇ ਵਿਚਾਰਾਂ ਨੂੰ ਰੋਕਣਾ, ਉਹਨਾਂ ਦੇ ਨਾਲ ਰੋਜ਼ਾਨਾ ਯੁੱਧ ਕਰਨਾ ਹੈ। ਸਤਿਗੁਰ ਅੱਗੇ ਗੁਰਬਾਣੀ ਦੁਆਰਾ ਆਪਾਂ ਨੂੰ ਸਮਝਾਉਂਦੇ ਆ। ਮਹਾਰਾਜ ਕਹਿੰਦੇ ਆ ਸਾਰ ਸੰਭਾਲੈ ਨਿਤ ਪ੍ਰਤਪਾਲੈ, ਪ੍ਰੇਮ ਸਹਿਤ ਗਲ ਲਾਵੈ, ਕਹੋ ਨਾਨਕ ਪ੍ਰਭ ਤੁਮਰੇ ਬਿਸਰਤ, ਜਗਤ ਜੀਵਨ ਕੈਸੇ ਪਾਵੈ। ਐ ਪਰਮਾਤਮਾ ਵਾਹਿਗੁਰੂ ਕਿ ਤੈਨੂੰ ਵਿਸਾਰ ਕੇ ਇਹ ਜਿਹੜਾ ਸਾਰਾ ਸੰਸਾਰ ਹੈ ਤੈਨੂੰ ਭੁੱਲ ਚੁੱਕਾ ਹੈ, ਤੇ ਫਿਰ ਇਹ ਮੰਗਦਾ ਹੈ ਕਿ ਅਸੀਂ ਜੀਵਨ ਵਿੱਚ ਸੁਖੀ ਹੋ ਜਾਈਏ। ਕਹੋ ਨਾਨਕ ਪ੍ਰਭ ਤੁਮਰੇ ਬਿਸਰਤ, ਤੈਨੂੰ ਵਿਸਾਰ ਕੇ, ਤੈਨੂੰ ਭੁਲਾ ਕੇ ਅਸੀਂ ਕਿਵੇਂ ਜੀਵਨ ਜੀ ਰਹੇ ਹਾਂ, ਕਿਵੇਂ ਸੁੱਖ ਲੈ ਲਈਏ ਇਸ ਸੰਸਾਰ ਦੇ। ਸਤਿਗੁਰੂ ਅੱਗੇ ਸਮਝਾ ਰਹੇ ਆ। ਮਹਾਰਾਜ ਕਹਿੰਦੇ ਆ ਕਿ ਉਹ ਅਬਨਾਸੀ ਪਰਮਾਤਮਾ ਵਾਹਿਗੁਰੂ ਜਿਹੜਾ ਹੈ, ਜਿਹੜਾ ਸਾਰੇ ਜੀਆਂ ਦਾ ਦਾਤਾ ਆ। ਕਿਉਂਕਿ ਆਪਾਂ ਦੇਖਦੇ ਆ ਨਾ, ਆਪਾਂ ਬਾਣੀ ਵਿੱਚ ਵੀ ਪੜ੍ਹਦੇ ਆ ਕਿ ਦੇਂਦਾ ਦੇ, ਲੈਂਦੇ ਥਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ, ਤ੍ਰੇਤਾ ਸਤਯੁਗ ਦੁਆਪਰ ਕਲਯੁਗ,
ਕਈ ਯੁੱਗ ਹੋ ਗਏ ਸੰਸਾਰ ਦੇ ਵਿੱਚ 84 ਲੱਖ ਜੂਨ ਬਣਿਆ ਨੂੰ। ਉਹ ਕਿੱਦਾਂ ਕੁ ਉਹਦਾ ਖਜ਼ਾਨਾ ਵੱਡਾ ਹੋਏਗਾ ਕਿ ਉਹ ਜੀਆਂ ਨੂੰ ਦੇ ਰਿਹਾ ਤੇ ਜੀ ਖਾਂਦੇ ਖਾਂਦੇ ਵੀ ਨਹੀਂ ਥੱਕ ਰਹੇ, ਲੇਕਿਨ ਹੋਰ ਫਿਰ ਉਹਦੇ ਕੋਲੋਂ ਮੰਗੀ ਜਾ ਰਹੇ ਹਨ। ਮਹਾਰਾਜ ਇੱਥੇ ਵੀ ਸਮਝਾਉਂਦੇ ਆ, ਕਹਿੰਦੇ ਜਦੋਂ ਐਸੇ ਨਿਰੰਕਾਰ ਦਾ ਤੁਸੀਂ ਸਿਮਰਨ ਕਰੋਗੇ, ਜੇ ਉਹਦੇ ਕੋਲ ਪਦਾਰਥਾਂ ਦਾ ਭੰਡਾਰ ਆ ਨਾ, ਤੇ ਉਹਦੇ ਨਾਲੋਂ ਵੀ ਪਤਾ ਨਹੀਂ ਕਿੰਨੇ ਗੁਣ ਵੱਡਾ ਉਹਦੇ ਕੋਲੋਂ ਨਾਮ ਦਾ ਭੰਡਾਰ ਹੈ। ਜਦੋਂ ਤੁਸੀਂ ਸਿਮਰਨ ਕਰੋਗੇ, ਤੁਹਾਨੂੰ ਉਹ ਨਾਮ ਦਾ ਭੰਡਾਰਾ ਜ਼ਰੂਰ ਬਖਸ਼ਿਸ਼ ਕਰੇਗਾ, ਤੇ ਨਾਲ ਹੀ ਉਹਦੇ ਸਿਮਰਨ ਕਰਨ ਦੇ ਨਾਲ ਤੁਹਾਡੇ ਮਨ ਦੇ ਉੱਪਰ ਜਨਮਾਂ ਜਨਮਾਂ ਦੀ ਲੱਗੀ ਹੋਈ ਮੈਲ ਜਿਹੜੀ ਖਤਮ ਹੋ ਜਾਏਗੀ। ਤਾਂ ਹੀ ਮਹਾਰਾਜ ਕਹਿੰਦੇ, ਅਬਨਾਸੀ ਜੀਵਨ ਕੋ ਦਾਤਾ ਸਿਮਰਤ ਸਭ ਮਲ ਖੋਈ, ਕਿ ਜਦੋਂ ਉਹਦਾ ਸਿਮਰਨ ਕੀਤਾ ਤੇ ਸਾਰੀ ਦੀ ਸਾਰੀ ਕਈ ਯੁੱਗਾਂ ਦੀ ਕਈ ਜਨਮਾਂ ਦੀ ਮਨ ਤੇ ਲੱਗੀ ਹੋਈ ਮੈਲ ਜਿਹੜੀ ਹੈ ਉਹ ਖਤਮ ਹੋ ਗਈ। ਮਹਾਰਾਜ ਕਹਿੰਦੇ ਆ, ਲੇਕਿਨ ਕੋਈ ਐਸਾ ਜੀਵ ਹੁੰਦਾ ਏ ਜਿਹੜਾ ਇਹ ਭਾਂਡਾ ਖਾਲੀ ਕਰਕੇ ਪਰਮਾਤਮਾ ਦੇ ਕੋਲ ਲੈ ਕੇ ਜਾਂਦਾ ਹੈ, ਕਿਉਂਕਿ ਸਾਡਾ ਭਾਂਡਾ ਤੇ ਪਹਿਲੋਂ ਭਰਿਆ ਮਨ ਦਾ, ਇਹ ਸੰਸਾਰ ਦੇ ਵਿਚਾਰਾਂ ਦੇ ਨਾਲ, ਸੰਸਾਰ ਦੀ ਈਰਖਾ ਦੁਬਦਾ ਵੈਰ ਵਿਰੋਧ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਨਾਲ ਭਾਂਡਾ ਭਰਿਆ ਹੈ। ਤਾਂ ਹੀ ਮਹਾਰਾਜ ਕਹਿੰਦੇ, ਕੋਈ ਐਸਾ ਗੁਰਮੁਖ ਹੁੰਦਾ ਹੈ ਜਿਹੜਾ ਪਰਮਾਤਮਾ ਕੋਲੋਂ ਗੁਣ ਲੈਣ ਵਾਸਤੇ ਇਹ ਭਾਂਡਾ ਲੈ ਕੇ ਜਾਂਦਾ ਹੈ। ਤਾਂ ਹੀ ਕਹਿੰਦੇ, ਗੁਣ ਨਿਧਾਨ ਭਗਤਨ ਕੋ ਬਰਤਨ ਬਿਰਲਾ ਪਾਵੇ ਕੋਈ, ਕੋਈ ਵਿਰਲਾ ਹੀ ਹੁੰਦਾ ਹੈ ਜਿਹੜੇ ਆਪਣੇ ਮਨ ਦਾ ਭਾਂਡਾ ਖਾਲੀ ਕਰਕੇ ਉਹਦੇ ਵਿੱਚ ਨਾਮ ਲੈਣ ਵਾਸਤੇ ਪਰਮਾਤਮਾ ਕੋਲ ਸੁਰਤ ਜੋੜ ਕੇ ਜਾਂਦਾ ਹੈ। ਤਾਂ ਹੀ ਮਹਾਰਾਜ ਕਹਿੰਦੇ ਆ, ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ, ਕਿਹੜੇ ਕਿਹਨੂੰ ਜਪਣਾ? ਮਹਾਰਾਜ ਕਹਿੰਦੇ, ਜਿਹਦੀ ਸ਼ਰਨ ਦੇ ਵਿੱਚ ਜਾ ਕੇ ਆਪਾਂ ਨੂੰ ਕਦੀ ਦੁੱਖ ਨਹੀਂ ਲੱਗਦਾ ਤੇ ਦੁਬਾਰਾ ਜੰਮਣ ਦਾ ਦੁੱਖ ਹੀ ਪੈਦਾ ਨਹੀਂ ਹੋਊਗਾ। ਮਹਾਰਾਜ ਕਹਿੰਦੇ, ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ, ਜਾਂ ਕੀ ਸ਼ਰਨ ਪਾਇਆ ਸੁਖ ਪਾਈਐ, ਬਹੁੜ ਦੁੱਖ ਨਾ ਹੋਈ। ਦੁਬਾਰਾ ਤੈਨੂੰ ਪੰਜਾਂ ਦਾ ਦੁੱਖ ਨਹੀਂ ਕਦੀ ਲੱਗੇਗਾ, ਕਿਉਂਕਿ ਜੇ ਤੂੰ ਸਰੀਰ ਵਿੱਚ ਹੀ ਨਹੀਂ ਆਏਗਾ, ਗਰਭ ਦੁਆਰਾ ਤੂੰ ਸਰੀਰ ਹੀ ਲਏਗਾ ਨਾ, ਤੇ ਉਹ ਪੰਜ ਜਾਣੇ ਕਿਸੇ ਸਰੀਰ ਵਿੱਚ ਵਸ ਸਕਣਗੇ ਤੇ ਤੇਰਾ ਉਹਨਾਂ ਪੰਜਾਂ ਤੋਂ ਛੁਟਕਾਰਾ ਤੇ ਤੇਰਾ ਸਭ ਤੋਂ ਵੱਡਾ ਦੁੱਖ ਦੂਰ ਹੋ ਜਾਏਗਾ। ਸਤਿਗੁਰੂ ਅੱਗੇ ਗੁਰਬਾਣੀ ਸਮਝਾਉਂਦੇ, ਮਹਾਰਾਜ ਕਹਿੰਦੇ, ਜਿਹੜੇ ਸੱਚੇ ਗੁਰਮੁਖ, ਸੱਚੇ ਸੰਤ, ਸੱਚੇ ਸਾਧੂ ਹੁੰਦੇ ਹਨ, ਉਹਨਾਂ ਦੀ ਸੰਗਤ ਜਿਹੜੀ ਹੁੰਦੀ ਹੈ ਉਹ ਵੱਡਿਆਂ ਭਾਗਾਂ ਦੇ ਨਾਲ ਪ੍ਰਾਪਤ ਹੁੰਦੀ ਹੈ, ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਸਾਡੀ ਦੂਜੀ ਜਿਹੜੀ ਮਾਇਆ ਦੀ ਮੱਤ ਖਤਮ ਹੋ ਗਏ ਤੇ ਗੁਰੂ ਦੀ ਮੱਤ ਸ਼ੁਰੂ ਹੋ ਜਾਂਦੀ ਹੈ। ਸਤਿਗੁਰੂ ਗੁਰਬਾਣੀ ਸਮਝਾਉਂਦੇ, ਵੱਡ ਭਾਗੀ ਸਾਧ ਸੰਗ ਪ੍ਰਾਪਤ, ਤਿੰਨ ਭੇਟਤ ਦੁਰਮਤ ਖੋਈ, ਵੀ ਜਿਹੜੀ ਸਾਡੀ ਦੂਜੀ ਮੱਤ ਸੀ ਮਾਇਆ ਦੀ, ਉਹ ਖਤਮ ਹੋ ਗਈ ਤੇ ਉੱਥੋਂ ਗੁਰੂ ਦੀ ਮੱਤ ਸ਼ੁਰੂ ਹੋ ਗਈ। ਗੁਰੂ ਦੀ ਮੱਤ ਕਿਹੜੀ? ਜਿਹੜੀ ਆਪਾਂ ਰੋਜ਼ ਹੀ ਆ ਕੇ ਇੱਥੇ ਇੱਕ ਦੂਸਰੇ ਦੇ ਨਾਲ ਗੁਰਬਾਣੀ ਦੁਆਰਾ ਵਿਚਾਰ ਕਰਦੇ ਹਾਂ ਕਿ ਕਿਸੇ ਨਾਲ ਈਰਖਾ ਵੈਰ ਵਿਰੋਧ ਨਹੀਂ ਰੱਖਣੀ, ਸੰਸਾਰ ਵਿੱਚ ਕਿਸੇ ਦੇ ਨਾਲ ਵੀ ਦੁਬਦਾ ਨਹੀਂ ਕਰਨੀ, ਸੰਸਾਰ ਵਿੱਚ ਦੁਨੀਆ ਵਿੱਚ ਕਿਸੇ ਦੀ ਵੀ ਨਿੰਦਿਆ ਚੁਗਲੀ ਨਹੀਂ ਕਰਨੀ। ਇਸ ਕਰਕੇ ਪ੍ਰਮਾਤਮਾ ਸਤਿਗੁਰ ਕਹਿੰਦੇ ਕਿ ਜਦੋਂ ਐਸੇ ਗੁਰਮੁਖਾਂ ਦਾ ਸੰਗ ਕਰਾਂਗੇ, ਐਸੇ ਗੁਰਮੁਖਾਂ ਦੀ ਸੰਗਤ ਵਿੱਚ ਜਾਵਾਂਗੇ, ਗੁਰਬਾਣੀ ਦੁਆਰਾ ਸਾਨੂੰ ਜਦੋਂ ਭੇਤ ਆਊਗਾ ਤੇ ਜਿਹੜਾ ਸਾਡਾ ਮਨ ਮੁਖ ਬਣ ਚੁੱਕਾ ਸੀ ਉਹ ਗੁਰਮੁਖ ਬਣ ਜਾਏਗਾ। ਤਾਂ ਹੀ ਮਹਾਰਾਜ ਫਿਰ ਸਮਝਾਉਂਦੇ ਆ, ਕਹਿੰਦੇ, ਵੱਡ ਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟਤ ਦੁਰਮਤ ਖੋਈ, ਤਿਨ ਕੀ ਧੂਰ ਨਾਨਕ ਦਾਸ ਬਾਂਛੈ, ਜਿਨ ਹਰ ਨਾਮ ਹਿਰਦੈ ਪਰੋਈ, ਕਿ ਜਿਸ ਗੁਰਮੁਖ ਨੇ, ਜਿਸ ਜੀਵ ਨੇ ਉਹ ਨਾਮ ਨੂੰ ਆਪਣੇ ਹਿਰਦੇ ਦੇ ਅੰਦਰ ਪਰੋਲਿਆ। ਕਿਉਂਕਿ ਆਪਾਂ ਅੱਗੇ ਵੀ ਵਿਚਾਰ ਕਰਦੇ ਹਾਂ ਕਿ ਕੁਝ ਜੀਵ ਹੁੰਦੇ ਨੇ ਕੇਵਲ ਰਸਨਾ ਕਰਕੇ ਨਾਮ ਜਪਦੇ ਨੇ, ਕੁਝ ਜੀਵ ਹੁੰਦੇ ਨੇ ਜਿਹੜੇ ਉਹਨੂੰ ਮਿਲਣਾ ਚਾਹੁੰਦੇ ਨੇ, ਉਹ ਰਸਨਾ ਰਾਹੀਂ ਆਪਣੇ ਹਿਰਦੇ ਤੱਕ ਉਸ ਨਾਮ ਨੂੰ ਜਪਦੇ ਨੇ, ਫਿਰ ਤਾਂ ਹੀ ਤਾਂ ਉਹਦੇ ਬਦਲੇ ਅੰਦਰੋਂ ਹੀ ਨਾਮ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਅੱਗੇ ਗੁਰਬਾਣੀ ਦੁਆਰਾ ਸਮਝਾ ਰਹੇ, ਕਹਿੰਦੇ, ਜਿਹੜਾ ਸਾਡਾ ਮਨ ਕਈ ਜਨਮ ਹੋ ਗਏ, ਹੁਣ ਜਿਵੇਂ ਵਿਚਾਰ ਕਰਦੇ ਹਾਂ ਵੀ ਸਰੀਰ ਹੈ ਜਿਹੜਾ, ਆਪਾਂ ਸਰੀਰ ਦੀ ਖੁਰਾਕ ਹਫਤਾ 10 ਦਿਨ ਮਹੀਨਾ ਨਾ ਖਾਵਾਂਗੇ ਤੇ ਸਰੀਰ ਸੁੱਕਣਾ ਸ਼ੁਰੂ ਹੋ ਜਾਂਦਾ। ਇਸੇ ਤਰ੍ਹਾਂ ਸਾਡੇ ਮਨ ਨੇ ਜਿਹੜੀ ਅੰਦਰੋਂ ਅੰਮ੍ਰਿਤ ਨਾਮ ਦੀ ਖੁਰਾਕ ਸੀ, ਅੰਮ੍ਰਿਤ ਰਸ ਦੀ ਖੁਰਾਕ ਸੀ, ਕਈ ਯੁੱਗ ਕਈ ਜਨਮ ਹੋ ਗਏ ਨੇ, ਉਹ ਕਦੀ ਪੀਤੀ ਨਹੀਂ ਤੇ ਇਹ ਸੁੱਕ ਚੁੱਕਾ ਹੈ। ਸਤਿਗੁਰੂ ਤਾਈਓਂ ਗੁਰਬਾਣੀ ਸਮਝਾਉਂਦੇ ਆ, ਕਹਿੰਦੇ ਆ, ਜਨਮ ਜਨਮ ਕੇ ਦੁੱਖ ਨਿਵਾਰੈ,
ਸੂਕਾ ਮਨ ਸਾਧਾਰੈ, ਦਰਸ਼ਨ ਭੇਟਤ ਹੋਤ ਨਿਹਾਲਾ, ਹਰ ਕਾ ਨਾਮ ਵਿਚਾਰੈ। ਮਹਾਰਾਜ ਕਹਿੰਦੇ ਜਦੋਂ ਉਸ ਹਰੀ ਪਰਮਾਤਮਾ ਦੇ ਆਪਾਂ ਨਾਮ ਨੂੰ ਜਪਾਂਗੇ, ਜਿਹੜਾ ਸਾਡਾ ਮਨ ਜਨਮਾਂ ਜਨਮਾਂ ਤੋਂ ਆਪਣੀ ਖੁਰਾਕ ਲੈਣੀ ਅੰਦਰੋਂ ਪ੍ਰਗਟ ਕਰਕੇ ਪੀਣੀ ਭੁੱਲ ਚੁੱਕਾ ਸੀ, ਅੰਦਰੋਂ ਹੀ ਉਸ ਨਾਮ ਦਾ ਧਾਰਾ ਵੱਜਣੀ ਸ਼ੁਰੂ ਹੋ ਜਾਂਦੀ ਹੈ, ਧਾਰਾ ਚੱਲਣੀ ਸ਼ੁਰੂ ਹੋ ਜਾਂਦੀ ਹੈ, ਜਿਸ ਨੂੰ ਫਿਰ ਮਨ ਅੰਦਰੋਂ ਹੀ ਉਹ ਨਾਮ ਦੇ ਰਸ ਨੂੰ ਪੀ ਜਾਂਦਾ ਹੈ। ਸਤਿਗੁਰੂ ਗੁਰਬਾਣੀ ਵਿੱਚ ਤਾਈਓ ਤੇ ਸਮਝਾਉਂਦੇ ਆ, ਕਹਿੰਦੇ ਆ ਵੀ ਸਾਡਾ ਮਨ ਸੁੱਕ ਚੁੱਕਾ। ਹੁਣ ਸੁੱਕਿਆ ਹੋਇਆ ਜਿਹੜਾ ਮਨ ਆ ਉਹ ਬਿਮਾਰ ਹੋ ਜਾਂਦਾ ਏ, ਤਾਂ ਹੀ ਤਾਂ ਸਾਨੂੰ ਬਿਮਾਰ ਹੋਇਆ ਮਨ ਜਿਹੜਾ ਏ ਨਾ ਉਹ ਡਰਦਾ ਏ। ਹੁਣ ਸਰੀਰ ਆ, ਸਰੀਰ ਜਦੋਂ ਖੁਰਾਕ ਨਾ ਖਾਏਗਾ ਕਮਜ਼ੋਰ ਹੋ ਜਾਏਗਾ, ਭਾਵੇਂ ਕਿੱਡਾ ਵੀ ਵੱਡਾ ਪਹਿਲਵਾਨ ਸੀ, ਜਦੋਂ ਕਮਜ਼ੋਰ ਹੋ ਗਿਆ ਇੱਕ ਮਾੜੇ ਤੋਂ ਮਾੜੇ ਬੰਦੇ ਤੋਂ ਵੀ ਡਰਦਾ ਹੈ ਕਿ ਕਿਤੇ ਇਹਦੇ ਕੋਲੋਂ ਵੀ ਮੈਨੂੰ ਕੋਈ ਨੁਕਸਾਨ ਨਾ ਹੋ ਜਾਵੇ। ਇਸੇ ਤਰ੍ਹਾਂ ਮਨ ਕਈ ਜਨਮ ਕਈ ਯੁੱਗ ਹੋ ਗਏ ਆਪਣੇ ਨਾਮ ਰਸ ਦੀ ਖੁਰਾਕ ਨੂੰ ਪੀਣਾ ਭੁੱਲ ਗਿਆ ਤੇ ਮਹਾਰਾਜ ਕਹਿੰਦੇ ਕੋੜੀ ਹੋ ਗਿਆ। ਲੇਕਿਨ ਸਤਿਗੁਰ ਕਹਿੰਦੇ ਇਹਨੂੰ ਦਵਾਈ ਦੇਣ ਵਾਸਤੇ ਉਹ ਗੋਬਿੰਦ, ਉਹ ਮਾਲਕ, ਉਹ ਵਾਹਿਗੁਰੂ, ਉਹ ਖੁਦ ਵੈਦ ਹੈ, ਜਿਨਨੇ ਇਹਨੂੰ ਸਮਝਾਇਆ ਕਿ ਅੰਦਰੋਂ ਹੀ ਤੇਰੀ ਦਵਾਈ ਪਈ ਹੈ, ਉਹਨੂੰ ਕੱਢ ਕੇ ਪੀ। ਤਾਈਓ ਮਹਾਰਾਜ ਕਹਿੰਦੇ ਮੇਰਾ ਵੈਦ ਗੁਰੂ ਗੋਬਿੰਦਾ। ਤੇ ਉਹਨੇ ਕੀ ਕੀਤਾ? ਕਹਿੰਦੇ ਉਹਨੇ ਜਦੋਂ ਹਰੀ ਦਾ ਨਾਮ ਜਪਿਆ, ਇਸ ਮੁਖ ਦੁਆਰਾ ਨਾਮ ਜਪਿਆ ਤੇ ਮੁਖ ਦੁਆਰਾ ਹੀ ਅੰਦਰੋਂ ਅੰਮ੍ਰਿਤ ਨੂੰ ਪੀਤਾ ਤੇ ਉਹਦੀ ਜਿਹੜੀ ਜਮਾ ਦੀ ਫਾਹੀ ਸੀ ਉਹ ਕੱਟੀ ਗਈ। ਤਾਂ ਹੀ ਕਹਿੰਦੇ ਹਰ ਹਰ ਨਾਮ ਅਵਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਕਿਉਂਕਿ ਜਦੋਂ ਅਭਿਆਸ ਕਰਦੇ ਹਾਂ, ਸਿਮਰਨ ਕਰਦੇ ਹਾਂ, ਆਪਾਂ ਪਰਮਾਤਮਾ ਨੂੰ ਤੇ ਆਵਾਜ਼ ਮਾਰਦੇ ਹਾਂ, ਲੇਕਿਨ ਸਤਿਗੁਰ ਕਹਿੰਦੇ ਤੁਹਾਡੀ ਜ਼ਬਾਨ ਉਸ ਟਾਈਮ ਤੇ ਕੈਂਚੀ ਦਾ ਕੰਮ ਕਰਦੀ ਹੈ ਕਿ ਹੌਲੀ ਹੌਲੀ ਉਸ ਜਮਾ ਦੀ ਫਾਹੀ ਨੂੰ, ਜਿਹੜੇ ਅੰਦਰ ਬੈਠੇ ਹਨ ਕਾਮ ਕ੍ਰੋਧ ਮੋਹੰਕਾਰ, ਉਹਨਾਂ ਨੂੰ ਕੱਟਦੀ ਜਾਂਦੀ ਹੈ ਤੇ ਸੁਰਤ ਨੂੰ ਅੱਗੇ ਵਧਾਈ ਜਾਂਦੀ ਹੈ। ਮਹਾਰਾਜ ਅੱਗੇ ਆਪਾਂ ਨੂੰ ਗੁਰਬਾਣੀ ਵਿੱਚ ਸਮਝਾਉਣਾ ਕਰਦੇ ਆ। ਮਹਾਰਾਜ ਕਹਿੰਦੇ ਆ, ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਗੁਰਬਾਣੀ ਦੁਆਰਾ ਆਪਾਂ ਨੂੰ ਸਮਝਾਉਣਾ ਕਰਦੇ ਹਨ, ਅੰਤਰ ਕੀ ਗਤ ਤੁਮ ਹੀ ਜਾਨੀ, ਤੁਝ ਹੀ ਪਾਹੇ ਨਬੇਰੂ। ਹੁਣ ਜਿਹੜਾ ਸਾਡਾ ਅੰਦਰ ਹੈ, ਆਪਾਂ ਇੱਕ ਦੂਸਰੇ ਦੇ ਸਰੀਰ ਨੂੰ ਵੇਖ ਕੇ ਤੇ ਕਹਿ ਦਾਂਗੇ ਭਈ ਇਹ ਬਾਣੀ ਦੀ ਕਥਾ ਬੜੀ ਵਧੀਆ ਕਰਦਾ, ਇਹ ਤਾਂ ਇਨਸਾਨ ਬੜਾ ਚੰਗਾ, ਇਹ ਤਾਂ ਬਾਬਾ, ਆ ਭਰਾ ਸਾਡਾ ਵੀਰ ਬੜਾ ਚੰਗਾ, ਆ ਫਲਾਣਾ ਬੜਾ ਚੰਗਾ। ਲੇਕਿਨ ਮਹਾਰਾਜ ਕਹਿੰਦੇ ਅੰਦਰ ਸਾਡੇ ਕੀ ਚੱਲ ਰਿਹਾ ਹੈ ਉਹ ਕੋਈ ਨਹੀਂ ਜਾਣਦਾ, ਉਹ ਕੇਵਲ ਤੇ ਕੇਵਲ ਉਹ ਪਰਮਾਤਮਾ ਨਿਰੰਕਾਰ ਵਾਹਿਗੁਰੂ ਆਪ ਜਾਣਦਾ ਹੈ। ਤਾਂ ਹੀ ਮਹਾਰਾਜ ਕਹਿੰਦੇ ਆ, ਅੰਤਰ ਕੀ ਗਤ ਤੁਮ ਹੀ ਜਾਨੀ, ਤੁਝ ਹੀ ਪਾਹੇ ਨਬੇਰੋ, ਬਖਸ਼ ਲੈਹੋ ਸਾਹਿਬ ਪ੍ਰਭ ਆਪਣੇ, ਲਾਖ ਖੱਤੇ ਕਰ ਫੇਰੋ। ਐ ਪਰਮਾਤਮਾ ਮੈਂ ਲੱਖਾਂ ਪਾਪ ਕੀਤੇ, ਮੇਰੇ ਕਰੋੜਾਂ ਪਾਪ ਨੇ, ਲੇਕਿਨ ਇਹਨਾਂ ਪਾਪਾਂ ਨੂੰ ਤੂੰ ਧੋ ਸਕਦਾ ਹੈ। ਜਨਮਾਂ ਜਨਮਾਂ ਦੇ ਕੀਤੇ ਹੋਏ ਕਰਮ ਜਿਹੜੇ ਮੇਰੇ ਤੂੰ ਹੀ ਮਿਟਾ ਸਕਦਾ ਹੈ। ਤੇਰੇ ਤੋਂ ਬਗੈਰ ਕੋਈ ਵੀ ਮੇਰੇ ਜਨਮ ਦੇ ਕਰਮ ਨੂੰ ਨਹੀਂ ਮਿਟਾ ਸਕਦਾ। ਤਾਂ ਹੀ ਕਿਉਂਕਿ ਅਸੀਂ ਤੇਰੇ ਦਾਸ ਹਾਂ। ਕਾਟ ਸਿਲਕ ਕੀਨੋ ਆਪਣੋ ਦਾਸਰੋ, ਤਉ ਨਾਨਕ ਕਹਾਂ ਨਿਹੋਰੋ। ਸਤਿਗੁਰੂ ਸਮਝਾਉਂਦੇ, ਜੇ ਉਹ ਪਰਮਾਤਮਾ ਕਿਰਪਾਲ ਹੋ ਜਾਵੇ ਤੇ ਮਹਾਰਾਜ ਕਹਿੰਦੇ ਆ ਸੰਸਾਰ ਤੇ ਆਇਆਂ ਦਾ ਜਿਹੜਾ ਮਨੋਰਥ ਹੈ ਪਰਮਾਤਮਾ ਨੂੰ ਮਿਲਣ ਦਾ, ਉਹ ਪੂਰਾ ਹੋ ਸਕਦਾ ਹੈ। ਮਹਾਰਾਜ ਕਹਿੰਦੇ ਆ, ਭਏ ਕਿਰਪਾਲ ਗੁਰੂ ਗੋਬਿੰਦਾ, ਸਗਲ ਮਨੋਰਥ ਪਾਏ। ਕਿਹੜਾ ਮਨੋਰਥ ਸੀ ਸਾਡਾ ਇਸ ਸੰਸਾਰ ਤੇ ਆਉਣ ਦਾ? ਪਰਮਾਤਮਾ ਨੂੰ ਮਿਲਣ ਦਾ। ਜਿਹੜਾ ਆਪਾਂ ਪੜ੍ਹਦੇ ਹਾਂ ਕਿ ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਕਿ ਇਹ ਇੱਕ ਵਾਰੀ ਹੈ ਤੇਰੇ ਕੋਲ ਉਸ ਪਰਮਾਤਮਾ ਨਿਰੰਕਾਰ ਨੂੰ ਮਿਲਣ ਦੀ, ਕਿਉਂਕਿ ਪਰਮਾਤਮਾ ਨੇ ਤੈਨੂੰ ਇਹ ਮਾਨ ਸਜਾਮਾ ਪ੍ਰਾਪਤ ਕੀਤਾ ਹੈ। ਸਤਿਗੁਰ ਅੱਗੇ ਗੁਰਬਾਣੀ ਦੁਆਰਾ ਆਪਾਂ ਨੂੰ ਸਮਝਾਉਣਾ ਕਰਦੇ ਆ। ਮਹਾਰਾਜ ਕਹਿੰਦੇ ਆ, ਜਦੋਂ ਉਹ ਮਾਲਕ ਦੀ ਕਿਰਪਾ ਹੋਈ, ਉਹ ਕਿਰਪਾਲ ਹੋਇਆ ਤੇ ਆਪਾਂ ਉਹਦੇ ਗੁਣ ਗਾਉਣੇ ਸ਼ੁਰੂ ਕਰ ਦਿੱਤੇ, ਤੇ ਫਿਰ ਜਿਹੜਾ ਮਨ ਸੀ ਸਾਡਾ ਦਹਿ ਦਿਸ਼ਾ ਦੇ ਵਿੱਚ ਭਟਕਦਾ ਸੀ, ਜਿਵੇਂ ਗੁਰਮੁਖ ਆਖਦੇ ਨੇ ਕਿ ਸਿਮਰਨ ਕਰਦੇ ਆ ਮਨ ਨਹੀਂ ਟਿਕਦਾ, ਬਾਣੀ ਪੜ੍ਹਦੇ ਆ ਮਨ ਟਿਕਦਾ ਨਹੀਂ, ਕਿਉਂਕਿ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਬਾਣੀ ਤੋਂ ਗਿਆਨ ਲੈ ਕੇ ਸਿਮਰਨ ਕਰਨ ਦਾ ਤਰੀਕਾ ਨਹੀਂ ਸਿੱਖਿਆ, ਬਾਣੀ ਪੜ੍ਹਨ ਦਾ ਤਰੀਕਾ ਨਹੀਂ ਸਿੱਖਿਆ ਕਿ ਮਨ ਸਾਡਾ ਭਟਕਦਾ ਕਿਉਂ। ਲੇਕਿਨ ਸਤਿਗੁਰ ਕਹਿੰਦੇ, ਜਦੋਂ ਗੁਰੂ ਦੀ ਮੱਤ ਲੈ ਕੇ ਨਿਰੰਕਾਰ ਵਾਹਿਗੁਰੂ ਦਾ ਓਟ ਆਸਰਾ, ਗੁਰੂ ਗ੍ਰੰਥ ਸਾਹਿਬ ਦੀ ਮੱਤ ਤੇ ਐਸੇ ਗੁਰਮੁਖਾਂ ਦੀ ਸੰਗਤ ਵਿੱਚ ਜਾ ਕੇ ਜਦੋਂ ਸਿੱਖਿਆ ਜਪਣਾ, ਫਿਰ ਐਸਾ ਜਪਿਆ ਕਿ ਜਿਹੜਾ ਮਨ ਦਹਿ ਦਿਸ਼ਾਵਾਂ ਵਿੱਚ ਫੁਰਨਿਆਂ ਦੇ ਰੂਪ ਵਿੱਚ ਭਟਕਦਾ ਸੀ, ਉਹ ਅਸਥਿਰ ਹੋ ਗਿਆ, ਇੱਕ ਜਗ੍ਹਾ ਟਿਕ ਗਿਆ।
ਸਤਿਗੁਰ ਕਹਿੰਦੇ ਆ ਵੀ ਜਦੋਂ ਸਾਡਾ ਮਨ ਉਹ ਨਿਰੰਕਾਰ ਦੇ ਚਰਨਾਂ ਨਾਲ ਜੁੜ ਗਿਆ, ਅਸਥਿਰ ਭਏ ਲਾਗ ਹਰ ਚਰਣੀ, ਗੋਵਿੰਦ ਕੇ ਗੁਣ ਗਾਏ। ਗੁਣ ਕਿਹੜੇ ਆ? ਜਿਹੜੇ ਇੱਕ ਤੇ ਆਪਾਂ ਆ ਗੋਵਿੰਦ ਦੇ ਗੁਣ ਗਾ ਰਹੇ ਹਾਂ, ਇੱਕ ਆਪਾਂ ਜਦੋਂ ਸਿਮਰਨ ਕਰਦੇ ਹਾਂ ਉਦੋਂ ਸਾਡੀ ਰਸਨਾ ਜਿਹੜੀ ਹੈ ਉਹ ਮਾਲਕ ਦੇ ਗੁਣ ਗਾਉਂਦਿਆਂ ਗਾਉਂਦਿਆਂ ਸੁੱਚੀ ਹੋ ਜਾਂਦੀ ਹੈ। ਤਾਂ ਹੀ ਸਤਿਗੁਰੂ ਗੁਰਬਾਣੀ 'ਚ ਆਪਾਂ ਨੂੰ ਗਿਆਨ ਬਖਸ਼ਿਸ਼ ਕਰਦੇ ਨੇ ਕਿ ਨਾਮ ਲੇਤ ਗੋਬਿੰਦ ਕਾ, ਸੂਚੀ ਭਈ ਰਸਨਾ। ਹੁਣ ਸਤਿਗੁਰੂ ਆਪਾਂ ਨੂੰ ਗੁਰਬਾਣੀ ਵਿੱਚ ਅੱਗੇ ਗਿਆਨ ਬਖਸ਼ਿਸ਼ ਕਰਦੇ ਨੇ, ਕਹਿੰਦੇ ਮਿਲੇ ਸੁਆਮੀ ਪ੍ਰੀਤਮ ਆਪਣੇ, ਘਰ ਮੰਦਰ ਸੁਖਦਾਈ। ਕਿ ਜਦੋਂ ਉਹ ਪਰਮਾਤਮਾ ਦੀ ਪ੍ਰਾਪਤੀ ਹੋ ਗਈ, ਇਹ ਜਿਹੜਾ ਮੰਦਰ, ਇਹ ਜਿਹੜਾ ਘਰ ਹੈ, ਇਹਦੇ ਵਿੱਚ ਸੁਖ ਆਉਣਾ ਸ਼ੁਰੂ ਹੋ ਗਿਆ। ਹਰ ਨਾਮ ਨਿਧਾਨ ਨਾਨਕ ਜਨ ਪਾਇਆ, ਸਗਲੀ ਇੱਛ ਪੁਜਾਈ। ਕਿ ਮੇਰੀ ਸਾਰੀ ਇੱਛਾ ਪੂਰੀ ਹੋ ਗਈ ਸੰਸਾਰ ਦੇ ਵਿੱਚ ਆ ਕੇ, ਕਿਉਂਕਿ ਜਿਸ ਨਾਮ ਦੀ ਪ੍ਰਾਪਤੀ ਕਰਨ ਵਾਸਤੇ ਮੈਨੂੰ ਕਈ ਯੁੱਗ ਲੱਗ ਗਏ, ਜਿਸ ਨਾਮ ਦੀ ਪ੍ਰਾਪਤੀ ਕਰਨ ਵਾਸਤੇ ਮੈਨੂੰ ਕਈ ਜਨਮ ਕਈ ਜੂਨਾਂ ਭੋਗਣੀਆਂ ਪਈਆਂ, ਉਸ ਨਾਮ ਦੀ ਪ੍ਰਾਪਤੀ ਮੈਨੂੰ ਨਿਰੰਕਾਰ ਦੀ ਕਿਰਪਾ ਦੇ ਨਾਲ ਇਸ ਸੰਸਾਰ ਵਿੱਚ ਮਾਨਸ ਜਾਮਾ ਰਹਿੰਦਿਆਂ ਮਿਲ ਗਈ। ਮਹਾਰਾਜ ਅੱਗੇ ਸਮਝਾਉਣਾ ਕਰਦੇ, ਮਹਾਰਾਜ ਕਹਿੰਦੇ ਗੁਰ ਕੇ ਚਰਨ ਬਸੇ ਰਿਦ ਭੀਤਰ, ਸ਼ੁਭ ਲਖਣ ਪ੍ਰਭ ਕੀਨੇ। ਹੁਣ ਗੁਰੂ ਦੇ ਚਰਨ ਜੋ ਆਪਾਂ ਗੁਰਬਾਣੀ ਦੁਆਰਾ ਰੋਜ਼ ਹੀ ਪੜ੍ਹਦੇ ਹਾਂ ਕਿ ਗੁਰੂ ਦੇ ਚਰਨ ਕਿਹੜੇ ਨੇ? ਗੁਰੂ ਦੇ ਚਰਨ ਨੇ ਉਹਦਾ ਨਾਮ, ਉਹ ਨਿਰੰਕਾਰ ਦੇ ਚਰਨ ਨੇ ਉਹਦਾ ਸਿਮਰਨ, ਉਹਦਾ ਨਾਮ, ਉਹਦਾ ਸ਼ਬਦ ਜਿਹੜਾ ਸਾਰੇ ਬ੍ਰਹਿਮੰਡ ਔਰ ਖੰਡਾਂ ਵਿੱਚ ਔਰ ਸਾਡੀ ਇਸ ਕਾਇਆ ਦੇ ਅੰਦਰ ਅਨਹਦ ਰੂਪ ਵਿੱਚ ਚੱਲ ਰਿਹਾ ਹੈ। ਸਤਿਗੁਰ ਕਹਿੰਦੇ ਭਏ ਕਿਰਪਾਲ ਪੂਰਨ ਪਰਮੇਸ਼ਰ, ਨਾਮ ਨਿਧਾਨ ਮਨ ਚੀਨੇ। ਕਿਉਂ? ਕਿਉਂਕਿ ਮੇਰੋ ਗੁਰ ਰਖਵਾਰੋ ਮੀਤ, ਦੂਣ ਚੌਣੀ ਦੇ ਵਡਿਆਈ, ਸੋਭਾ ਨੀਤਾ ਨੀਤ। ਮਹਾਰਾਜ ਕਹਿੰਦੇ ਜਿਸ ਨੇ, ਜਿਸ ਗੁਰਮੁਖ ਨੇ, ਜਿਸ ਜੀਵ ਨੇ ਉਹਦਾ ਸਿਮਰਨ ਕੀਤਾ, ਉਹਦਾ ਨਾਮ ਜਪਿਆ, ਉਹਦੀ ਵਡਿਆਈ ਫਿਰ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਹੋਣ ਲੱਗੀ। ਕਿ ਕੋਈ ਗੁਰਮੁਖ ਹੈ ਸੰਸਾਰ ਤੇ ਗਿਆ, ਕੋਈ ਜੀਵ ਹੈ ਸੰਸਾਰ ਤੇ ਗਿਆ, ਜਿਹੜਾ ਪਰਮਾਤਮਾ ਦਾ ਸਿਮਰਨ ਕਰਦਿਆਂ, ਨਾਮ ਜਪਦਿਆਂ ਆਪਣੇ ਮਾਨਸ ਜਾਮੇ ਦਾ ਲਾਹਾ ਖੱਟਦਾ ਹੋਇਆ ਉਹਨਾਂ ਪੰਜਾਂ ਕੋਲੋਂ ਆਪਣੇ ਜੀਵਨ ਦੀ ਬਾਜੀ ਨੂੰ ਜਿੱਤ ਕੇ ਆਇਆ ਹੈ। ਸਤਿਗੁਰੂ ਆਪਾਂ ਨੂੰ ਗੁਰਬਾਣੀ ਵਿੱਚ ਅੱਗੇ ਸਮਝਾਉਣਾ ਕਰਦੇ ਹਨ। ਮਹਾਰਾਜ ਕਹਿੰਦੇ ਆ ਸੰਚਨ ਕਰੋ ਨਾਮ ਧਨ ਨਿਰਮਲ, ਥਾਤੀ ਅਗੰਮ ਅਪਾਰ। ਕਿ ਐਸ ਪਰਮਾਤਮਾ ਨਿਰੰਕਾਰ ਦਾ ਆਪਾਂ ਸਿਮਰਨ ਕਰਨਾ ਹੈ, ਕਿਉਂਕਿ ਬਿਸ਼ਲ ਬਿਨੋਦ ਆਨੰਦ ਸੁਖ ਮਾਣੋ, ਖਾਏ ਜੀਵੋ ਸਿੱਖ ਪਰਿਵਾਰ। ਹੁਣ ਸਿੱਖ ਦਾ ਭਾਵ ਹੈ ਸਿੱਖਣ ਵਾਲੇ, ਕਿ ਜਿਹੜੇ ਸਿੱਖਣਾ ਚਾਹੁੰਦੇ ਨੇ, ਉਸ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਨੇ, ਉਹ ਐਸੇ ਪਰਿਵਾਰ ਨੇ ਸੰਸਾਰ ਦੇ ਵਿੱਚ। ਲੇਕਿਨ ਮਹਾਰਾਜ ਕਹਿੰਦੇ ਜਦੋਂ ਆਪਾਂ ਸਾਧੂ ਦਾ ਸੰਗ ਸਾਨੂੰ ਮਿਲ ਜਾਂਦਾ ਹੈ ਤੇ ਮਨ ਉਦਮ ਕਰਨਾ ਸ਼ੁਰੂ ਕਰ ਦਿੰਦਾ ਹੈ, ਫਿਰ ਆਪਾਂ ਨੂੰ ਉਸ ਨਾਮ ਰਤਨ ਦੀ ਪ੍ਰਾਪਤੀ ਹੋ ਜਾਂਦੀ ਹੈ। ਸਤਿਗੁਰ ਕਹਿੰਦੇ ਸਾਧੂ ਸੰਗ ਭਇਆ ਮਨ ਉਦਮ, ਨਾਮ ਰਤਨ ਜਸ ਗਾਈ। ਤੇ ਫਿਰ ਮਹਾਰਾਜ ਕਹਿੰਦੇ ਆ ਜਦੋਂ ਆਪਾਂ ਸਾਧੂ ਦਾ ਸੰਗ ਕੀਤਾ ਤੇ ਮਨ ਨੇ ਉਦਮ ਕਰਕੇ ਜਪਣਾ ਸ਼ੁਰੂ ਕੀਤਾ, ਜਦੋਂ ਨਾਮ ਦਾ ਰਤਨ ਅੰਦਰ ਪ੍ਰਾਪਤ ਹੋ ਗਿਆ, ਫਿਰ ਜਿਹੜਾ ਮੇਰਾ ਮਨ ਸੀ ਚਿੰਤਾ ਵਿੱਚ ਲੱਗਾ ਹੋਇਆ, ਉਹਨੂੰ ਸਿਮਰਦਾ ਸਿਮਰਦਾ ਇਹਦੀ ਸਾਰੀ ਹੀ ਚਿੰਤਾ ਮਿਟ ਗਈ ਤੇ ਇਹ ਸੰਸਾਰ ਸਾਗਰ ਤੋਂ ਤਰਨਾ ਸ਼ੁਰੂ ਹੋ ਗਿਆ। ਤਾਂ ਹੀ ਮਹਾਰਾਜ ਕਹਿੰਦੇ ਆ ਮਿਟ ਗਈ ਚਿੰਤਾ ਸਿਮਰ ਅਨੰਤਾ, ਸਾਗਰ